फैसला आया पर ਉਹਦੇ ਨਾਲ ਵੀ ਕਹਿੰਦੇ ਜ਼ਮਾਨਤਾਂ ਹੋ ਗਈਆਂ ਤੇ ਸਰਕਾਰਾਂ ਚੁੱਪ ਬੈਠੀਆਂ, ਕ੍ਰੈਡਿਟ ਵਾਰ ਜ਼ਿਆਦਾ ਚੱਲ ਰਿਹਾ। देखो ये सारी चीज़ का जो डिसक्रैडिट है वो भगवंत मान की सरकार में जाता हर जगह जिहड़ी ये सरकार दे एजी ऑफिस आ वो टोटली कलैप्स कर रहा, फेल हो रहा। अज जिस तरह सिंगले की जिहड़ी उस दे उत्ते अदालत दे उत्ते जिहड़ा जज मैडम आ वो पूछ रही आ भी थोड़ी सरकार दे की आदेश है इस इशू के उत्ते, वो कहना हाले तो सानू पुछया नहीं उन्होंने। मतलब किस तरीके दे नाल तुसी अपना जुलूस निकाल रहे हो, किस तरीके दे नाल जिहड़े लोग दोषी है उन्होंने तुसी पनाह दे रहे हो। जिहड़ी उस वेले दी सरकार सी प्रकाश सिंह बादल दी वो बिल्कुल सेमी लिटरेट आदमी हैगे जिन्हां नूं इस गल दी अहमियत दा पता नहीं सी, पर दुश्मन नूं पता सी इस दी अहमियत की। दुश्मन knows your strength but you do not know your own strength। ਇਹ ਟ੍ਰੈਜੇਡੀ ਹੈ, ਇਹ ਆਇਰਨੀ ਤੁਹਾਡੇ ਫਿਜ਼ੀਕਲ ਸੈਲਫ ਤੇ ਨਹੀਂ ਅਟੈਕ ਹੋਇਆ। ਜਿਹੜਾ ਜਿਉਂਦਾ ਜਾਗਦਾ ਸਾਖਸ਼ਾਤ ਗੁਰੂ ਉਹ ਕਹਿੰਦਾ ਅਸੀਂ ਤੁਹਾਡਾ ਗੁਰੂ ਚੋਰੀ ਕਰ ਲਿਆ, ਇਸ਼ਤਿਹਾਰ ਲਾਇਆ ਪੋਸਟਰ ਲਾਏ ਗਏ ਖੁੱਲੇ ਤੌਰ, ਜੇ ਤੁਹਾਡੇ 'ਚ ਦਮ ਹੈ ਆ ਜਾਓ। ਅਕਾਲੀ ਦਲ ਇਸ ਵੇਲੇ ਪੱਬਾਂ ਭਾਰ ਹੋ ਕੇ ਹੀ ਕਹਿ ਰਿਹਾ ਕਿ ਅਸੀਂ ਸੁਰਖਰੂ ਹੋ ਚੁੱਕੇ ਹਾਂ, ਵਾਈਟ ਸਾਨੂੰ ਤਾਂ ਕਲੀਨ ਚਿੱਟ ਮਿਲ ਗਈ। ਉਹ ਮਤਲਬ ਗੁੰਮਰਾਹ ਕਰ ਸਕਦੇ ਕੁਝ ਲੋਕਾਂ ਨੂੰ, ਪਰ ਉਹ ਗੁੰਮਰਾਹ ਪੰਥ ਨੂੰ ਨਹੀਂ ਕਰ ਸਕਦੇ ਜਿਹੜੇ ਪੰਥ ਨੂੰ ਸਮਰਪਿਤ ਆ। ਕਿ ਭਾਈ ਕਾਨ ਸਿੰਘ ਬਹੁਤ ਪ੍ਰਮਾਣਿਕ ਸਿੱਖ ਵਿਦਵਾਨ ਹੋਏ ਆ, ਉਹਨਾਂ ਤੋਂ ਇੱਕ ਬਹੁਤ ਵੱਡੀ ਗਲਤੀ ਹੋ ਗਈ, ਬਹੁਤ ਵੱਡੀ ਗਲਤੀ ਹੋ ਗਈ। ਉਹਨੂੰ ਮੈਂ ਰੈਕਟੀਫਾਈ ਕਰਨ ਦੀ ਕੋਸ਼ਿਸ਼ ਕਰ ਰਿਹਾ, ਪਰ ਮੇਰਾ ਉਸ ਕਿਸਮ ਦਾ ਸਟੇਟਸ ਨਹੀਂ ਜਿਸ ਕਿਸਮ ਦਾ ਭਾਈ ਕਾਨ ਸਿੰਘ ਦਾ। ਉਹਨਾਂ ਨੇ ਜਦੋਂ ਟਰਾਂਸਲੇਸ਼ਨ ਕਰਵਾਇਆ ਇੰਗਲਿਸ਼ ਦੇ ਵਿੱਚ MA ਮਕੌਲਿਫ ਤੋਂ, ਜਿਹੜਾ ICS ਆਫੀਸਰ ਸੀ, ਉਹ ਉਸ ਤੋਂ ਸਕ੍ਰਿਪਚਰ ਲਫ਼ਜ਼ ਇੰਟਰੋਡਿਊਸ ਕਰ ਰਿਹਾ। ਮੈਂ ਹੁਣ ਤਿੰਨਾਂ ਦੀ ਗੱਲ ਕਰ ਲਓ, ਬਾਦਲਾਂ ਦੀ ਸਰਕਾਰ ਦੀ ਗੱਲ ਕਰ ਲਓ, ਕਾਂਗਰਸ ਦੀ ਸਰਕਾਰ ਦੀ ਗੱਲ ਲਓ, ਆਮ ਪਾਰਟੀ, ਇਹ ਤਿੰਨੇ ਸਿੱਖ ਵਿਰੋਧੀ ਪਾਰਟੀਆਂ, ਮਾਫ ਕਰੋ ਇੱਕ ਤੋਂ ਵੱਧ। ਇਟ ਇਜ਼ ਡਿਫਿਕਲਟ ਟੂ ਸੇ ਕਿਹੜਾ ਸਭ ਤੋਂ ਵੱਧ ਆ। ਤਿੰਨੇ ਐਂਟੀ ਸਿੱਖ, ਐਂਟੀ ਸ਼੍ਰੀ ਗੁਰੂ ਗ੍ਰੰਥ ਸਾਹਿਬ, ਮਤਲਬ ਇਤਿਹਾਸ ਨੂੰ ਸਮਝਣ 'ਚ ਨਾਲਾਇਕ। ਉਹ ਤਾਂ ਜੇ ਉੱਥੇ ਮੋਦੀ ਸਾਹਿਬ ਆਉਂਦੇ ਆ ਪਠਾਨਕੋਟ ਦੇ ਵਿੱਚ, ਜਦੋਂ ਪਹਿਲੀ ਰੈਲੀ ਕਰਦੇ ਆ ਜਦੋਂ ਆਪਣੀ ਪ੍ਰਾਈਮ ਮਿਨਿਸਟਰਸ਼ਿਪ ਦੇ ਲਈ, ਤਾਂ ਉੱਥੇ ਜੈ ਸ਼੍ਰੀ ਰਾਮ ਦੇ ਨਾਅਰੇ ਲਾ ਰਿਹਾ ਪ੍ਰਕਾਸ਼ ਸਿੰਘ ਬਾਦਲ। ਲੱਗਦਾ ਨਹੀਂ ਕਿ ਇਸ ਬਾਬਤ ਵੀ ਸਰਕਾਰਾਂ ਨੂੰ ਸੋਚਣਾ ਚਾਹੀਦਾ? ਹਾਲਾਂਕਿ ਅਕਾਲੀ ਦਲ ਦਾਅਵਾ ਕਰਦਾ ਕਿ ਅਸੀਂ ਆਪਣੇ ਵੱਲੋਂ ਲਿਖ ਕੇ ਭੇਜਿਆ ਸੀ ਉਸ ਚੀਜ਼ ਤੇ। ਉਹ ਇਹਨਾਂ ਦੀ ਫੇਲਰ ਅਕਾਲੀ ਦਲ ਦੀ ਆ ਨੰਬਰ 1। ਇਹ ਲੜਾਈ ਹੈ ਕਲਟ ਦੀ ਤੇ ਆਈਡੀਆ ਆਫ ਹਿਊਮੈਨਿਟੀ ਦੀ। ਜਿਹੜਾ ਮਤਲਬ ਰਾਮ ਰਹੀਮ ਉਹ ਕੀ ਕਲਟ ਹੈ, ਉਹ ਕੋਈ ਧਰਮ ਨਹੀਂ ਹੈ, ਉਹ ਕਲਟ ਹੈ। ਉਹ ਲੋਕਾਂ ਨੂੰ ਇਸ ਤਰੀਕੇ ਨਾਲ ਮੈਸਮਰਾਈਜ਼ ਕਰਕੇ ਆਪਣੇ ਨਾਲ, ਆਪਣੇ ਇੰਡੀਵਿਜੂਅਲ ਦੇ ਨਾਲ ਜੋੜਦਾ। ਅੱਜ ਜਿਹੜੇ ਮਿਸਟਰ ਕੇਜਰੀਵਾਲ ਆ ਉਹ ਵੀ ਕਲਟ ਉਹਨਾਂ ਦਾ ਚੱਲ ਰਿਹਾ। ਸੁਪਰੀਮੋ ਕਿਹੜਾ ਡੈਮੋਕ੍ਰੈਟਿਕ ਸਿਸਟਮ ਆ, ਕਿਹੜੀ ਪਾਰਟੀ ਆ ਜਿਹਦੇ 'ਚ ਸੁਪਰੀਮੋ ਲਫ਼ਜ਼ ਯੂਜ਼ ਹੁੰਦਾ? ਅਸੀਂ ਭਗਵੰਤ ਮਾਨ ਨੂੰ ਮੈਂ ਦੇਖਿਆ ਫੋਟੋਆਂ ਦੇ ਵਿੱਚ ਕਿਸ ਤਰੀਕੇ ਨਾਲ ਉਹਦੇ ਪੈਰਾਂ 'ਚ ਰੁਲਦਾ, ਕਿਸ ਤਰੀਕੇ ਨਾਲ ਉੱਥੇ ਲਮਕਦਾ ਉਹ ਗੱਡੀਆਂ ਦੇ ਉੱਤੇ। ਮਤਲਬ ਇਹ ਤੂੰ ਪੰਜਾਬ ਨੂੰ ਰਿਪਰੈਜ਼ੈਂਟ ਕਰ ਰਿਹਾ। ਜਿਨ੍ਹਾਂ ਸਿੱਖਾਂ ਨੇ ਮਾਨਵਤਾ, ਗੁਰੂਆਂ ਨੇ ਮਾਨਵਤਾ ਨੂੰ ਅਣਖ ਨਾਲ ਜਿਉਣਾ ਸਿਖਾਇਆ ਸੀ, ਤੂੰ ਅੱਜ ਉਹ ਅਣਖ ਰੋਲ ਰਿਹਾ। ਯੂ ਆਰ ਐਂਟੀ ਸਿੱਖ। ਟੀਵੀ ਪੰਜਾਬ ਦੇਖ ਰਹੇ ਹੋ ਤੁਸੀਂ ਇਸ ਵਕਤ, ਤੁਹਾਡੇ ਨਾਲ ਤੁਹਾਡਾ ਆਪਣਾ ਦੋਸਤ ਹਰਦੀਪ ਸਿੰਘ ਭੋਗਲ। ਦੋਸਤੋ, ਪੰਜਾਬ ਦੇ ਵਿੱਚ ਬੇਅਦਬੀਆਂ ਦਾ ਮਸਲਾ ਬੜਾ ਗੰਭੀਰ ਗਿਣਿਆ ਜਾਂਦਾ ਕਿਉਂਕਿ 2015 ਤੋਂ ਲੈ ਕੇ 7 ਸਾਲ ਬੀਤ ਜਾਣ ਤੋਂ ਬਾਅਦ ਵੀ ਕੋਈ ਵੱਡੇ ਪੱਧਰ ਤੇ ਕਾਰਵਾਈਆਂ ਨਹੀਂ ਹੋਈਆਂ। ਪਰ ਮੋਗਾ ਮਾਮਲੇ ਦੇ ਵਿੱਚ ਕਿਤੇ ਨਾ ਕਿਤੇ ਅਦਾਲਤ ਨੇ ਜਦੋਂ ਫੈਸਲਾ ਸੁਣਾਇਆ ਤਾਂ ਲੋਕਾਂ ਨੂੰ ਧਰਵਾਸ ਹੋਇਆ ਵੀ ਚਲੋ ਕੁਝ ਕਾਰਵਾਈ ਹੋਣੀ ਸ਼ੁਰੂ ਹੋਈ ਹੈ। ਪਰ ਹੈਰਾਨੀ ਦੀ ਗੱਲ ਇਹ ਹੈ ਕਿ ਜ਼ਮਾਨਤਾਂ ਹੋ ਗਈਆਂ ਤੇ ਸਰਕਾਰਾਂ ਤੇ ਜਿਹੜੀਆਂ ਸਰਕਾਰਾਂ ਵਿੱਚ ਰਹਿ ਚੁੱਕੇ ਲੋਕ ਨੇ ਉਹ ਲਗਾਤਾਰ ਦਾਅਵੇ ਕਰ ਰਹੇ ਨੇ ਕਿ ਸਾਡੀ ਵਜ੍ਹਾ ਨਾਲ ਹੋਈ ਇਹ ਜਿਹੜੀ ਕੇਸ ਦੇ ਵਿੱਚ ਕੋਈ ਫੈਸਲਾ ਆਇਆ। ਤਾਂ ਹਰੇਕ ਬੰਦਾ ਕੋਸ਼ਿਸ਼ ਕਰ ਰਿਹਾ ਕਿ ਇਸ ਬੇਅਦਬੀ ਦੇ ਇੰਨੇ ਸੰਜੀਦਾ ਮਸਲੇ ਦੇ ਉੱਪਰ ਵੀ ਰੱਜ ਕੇ ਸਿਆਸਤ ਕੀਤੀ ਜਾ ਰਹੀ। ਬੜੀ ਚਿੰਤਾ ਦੀ ਗੱਲ ਹੈ ਕਿ ਜਦੋਂ ਤੁਹਾਡੇ ਧਰੋਹਰ ਤੇ ਹਮਲਾ ਹੋਇਆ ਹੋਵੇ ਤੁਸੀਂ ਉਹਨਾਂ ਮਾਮਲਿਆਂ ਦੇ ਉੱਪਰ ਵੀ ਸਿਆਸਤ ਕਰੋ, ਇਹ ਕ੍ਰੈਡਿਟ ਲੈਣ ਦੀ ਕੋਸ਼ਿਸ਼ ਕਰੋ ਕਿ ਇਨਸਾਫ ਅਸੀਂ ਦਿਵਾਇਆ, ਤਾਂ ਬੜੀ ਚਿੰਤਾ ਹੁੰਦੀ ਹੈ। ਅੱਜ ਸਾਡੇ ਨਾਲ ਉਚੇਚੇ ਤੌਰ ਤੇ ਗੱਲਬਾਤ ਦੇ ਲਈ ਗੁਰਦਰਸ਼ਨ ਸਿੰਘ ਢਿੱਲੋਂ ਨੇ। ਸਿੱਖ ਮਸਲਿਆਂ ਨੂੰ ਬੜੇ ਬੇਬਾਕੀ ਦੇ ਨਾਲ ਦੇਖਦੇ ਨੇ, ਪਰਖਦੇ ਨੇ, ਬੋਲਦੇ ਉਹਨਾਂ ਬਾਰੇ। ਤਾਂ ਅੱਜ ਇਹਨਾਂ ਦੇ ਨਾਲ ਗੱਲਬਾਤ ਕਰਕੇ ਸਮਝਣਾ ਹੈਗਾ ਕਿ ਇਹ ਜਿਹੜੀ ਹੁਣ ਬੇਅਦਬੀ ਦੇ ਮਾਮਲੇ ਦੇ ਵਿੱਚ ਇੱਕ ਕਵਾਇਦ ਅਸੀਂ ਕਹਿ ਲਈਏ ਵੀ ਸ਼ੁਰੂ ਹੋਈ ਹੈ ਕਿ ਚਲੋ ਕੁਝ ਨਤੀਜਿਆਂ ਤੱਕ ਇੱਕ ਕੇਸ ਪਹੁੰਚਿਆ, ਬਾਕੀਆਂ ਦੀ ਵੀ ਆਸ ਬਝੀ ਹੈ। ਤਾਂ ਇਹ ਇਸ ਚੀਜ਼ ਨੂੰ ਕੇਸ ਨਜ਼ਰੀਏ ਨਾਲ ਦੇਖਦੇ ਨੇ, ਜਿਹੜੀ ਸਿਆਸਤ ਹੋ ਰਹੀ ਹੈ
ਉਸ ਨੂੰ ਕਿਸ ਨਜ਼ਰੀਏ ਨਾਲ ਦੇਖਦੇ ਨੇ? ਸਰ ਬਹੁਤ ਬਹੁਤ ਸਵਾਗਤ ਤੁਹਾਡਾ। ਤੇ ਇਹ ਜਿਹੜਾ ਬੇਅਦਬੀ ਦੇ ਮਸਲੇ, ਕਿਉਂਕਿ ਬਹੁਤ ਸੰਜੀਦਾ ਮਸਲੇ ਨੇ, ਬੜੀ ਚਿੰਤਾ ਦੀ ਗੱਲ ਹੈ ਕਿ ਇਹਨਾਂ ਨੂੰ ਵੀ ਸਿਆਸੀ ਲਾਹੇ ਵਜੋਂ ਵਰਤਿਆ ਜਾਂਦਾ ਰਿਹਾ। 7 ਸਾਲ ਦਾ ਸਮਾਂ ਹੋ ਗਿਆ, ਇੱਕ ਮਾਮਲੇ ਦੇ ਵਿੱਚ ਸੁਣਵਾਈ ਹੋਈ, ਫੈਸਲਾ ਆਇਆ, ਪਰ ਉਹਦੇ ਨਾਲ ਵੀ ਕਹਿੰਦੇ ਜ਼ਮਾਨਤਾਂ ਹੋ ਗਈਆਂ ਤੇ ਸਰਕਾਰਾਂ ਚੁੱਪ ਬੈਠੀਆਂ, ਕ੍ਰੈਡਿਟ ਵਾਰ ਜ਼ਿਆਦਾ ਚੱਲ ਰਹੀ। ਦੇਖੋ, ਇਹ ਸਾਰੀ ਚੀਜ਼ ਦਾ ਜਿਹੜਾ ਡਿਸਕ੍ਰੈਡਿਟ ਆ ਉਹ ਭਗਵੰਤ ਮਾਨ ਦੀ ਸਰਕਾਰ ਨੂੰ ਜਾਂਦਾ, ਕਿਉਂਕਿ ਭਗਵੰਤ ਮਾਨ ਦੀ ਸਰਕਾਰ ਨੇ ਜਿਹੜਾ ਫੈਸਲਾ ਮੋਗਾ ਮੈਜਿਸਟ੍ਰੇਟ ਨੇ ਦਿੱਤਾ ਸੀ 3-3 ਸਾਲ ਦੀ ਕੈਦ ਤੇ 5-5 ਹਜ਼ਾਰ ਦਾ ਜੁਰਮਾਨਾ, ਉਸ ਨੂੰ ਡਿਫੈਂਡ ਕਰਨਾ ਚਾਹੀਦਾ ਸੀ। ਹਰ ਜਗ੍ਹਾ ਜਿਹੜੀ ਇਸ ਸਰਕਾਰ ਦੇ ਏਜੀ ਆਫਿਸ ਆ ਉਹ ਟੋਟਲੀ ਕੋਲੈਪਸ ਕਰ ਰਿਹਾ, ਫੇਲ ਹੋ ਰਿਹਾ। ਅੱਜ ਜਿਸ ਤਰ੍ਹਾਂ ਸਿੰਗਲੇ ਦੀ ਜਿਹੜੀ ਉਸ ਦੇ ਉੱਤੇ ਅਦਾਲਤ ਦੇ ਉੱਤੇ ਜਿਹੜਾ ਜੱਜ ਮੈਡਮ ਆ ਉਹ ਪੁੱਛ ਰਹੀ ਆ ਵੀ ਤੁਹਾਡੀ ਸਰਕਾਰ ਦੇ ਕੀ ਆਦੇਸ਼ ਹੈ ਇਸ ਇਸ਼ੂ ਦੇ ਉੱਤੇ, ਉਹ ਕਹਿੰਦਾ ਹਾਲੇ ਤਾਂ ਸਾਨੂੰ ਪੁੱਛਿਆ ਨਹੀਂ ਉਹਨਾਂ ਨੇ। ਮਤਲਬ ਕਿਸ ਤਰੀਕੇ ਦੇ ਨਾਲ ਤੁਸੀਂ ਆਪਣਾ ਜਲੂਸ ਨਿਕਾਲ ਰਹੇ ਹੋ, ਕਿਸ ਤਰੀਕੇ ਦੇ ਨਾਲ ਜਿਹੜੇ ਲੋਕ ਦੋਸ਼ੀ ਆ ਉਹਨਾਂ ਨੂੰ ਤੁਸੀਂ ਪਨਾਹ ਦੇ ਰਹੇ ਹੋ ਇਨਡਾਇਰੈਕਟਲੀ। ਤੋ ਇਹ ਗੱਲ ਜਿਹੜੀ ਆ ਜੱਗ ਜ਼ਾਹਰ ਆ, ਜਿਹੜੇ ਪੜ੍ਹੇ ਲਿਖੇ ਸੂਝਵਾਨ ਪੰਜਾਬ ਦੇ ਲੋਕ ਆ ਇਸ ਗੱਲ ਨੂੰ ਭਲੀ ਭਾਂਤ ਸਮਝਦੇ ਆ। ਮੈਂ ਇੱਥੇ ਖਾਸ ਤੌਰ ਤੇ ਦੱਸਣਾ ਚਾਹੁੰਦਾ ਕਿ ਜਿਹੜਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਆ ਜਿਉਂਦਾ ਜਾਗਦਾ ਸਾਖਸ਼ਾਤ ਗੁਰੂ ਆ ਸਿੱਖਾਂ ਦਾ, ਲਿਵਿੰਗ ਕਾਰਪੋਰੇਟ ਗੁਰੂ ਆ, ਜਿਹੜਾ ਇੱਕ ਹੀ ਧਾਰਮਿਕ ਦੁਨੀਆ ਦੇ ਸਾਰੇ ਧਰਮਾਂ ਦੇ ਜਿੰਨੇ ਵੀ ਧਾਰਮਿਕ ਗ੍ਰੰਥ ਆ ਉਹਨਾਂ ਨੂੰ ਉਹ ਸਟੇਟਸ ਨਹੀਂ ਹੈ ਜੋ ਸਟੇਟਸ ਤੇ ਪੋਜੀਸ਼ਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਆ। ਜਿਹੜੇ ਦੂਸਰੇ ਧਾਰਮਿਕ ਗ੍ਰੰਥ ਆ ਦੇ ਆਰ ਸਬਆਰਡੀਨੇਟ ਟੂ ਦੀ ਪ੍ਰੋਫਿਟ, ਹੇਅਰ ਧਾਰਮਿਕ ਗ੍ਰੰਥ ਇਜ਼ ਸਪੀਰੀਅਰ ਟੂ ਦੀ ਪ੍ਰੋਫਿਟ। ਹਾਂਜੀ, ਤੋ ਇਸ ਕਰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੀ ਹੈ ਜਿਹੜਾ ਪੋਥੀ ਪਰਮੇਸ਼ਰ ਕਾ ਥਾਨ ਕਲੀਅਰਲੀ ਲਿਖਿਆ ਹੋਇਆ। ਤੋ ਸਾਡਾ ਜਿਹੜਾ ਸਟੇਟਸ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਉਹ ਬਹੁਤ ਬੜਾ ਸਟੇਟਸ ਆ ਲਿਵਿੰਗ ਕਾਰਪੋਰੇਟ ਗੁਰੂ ਦਾ। ਜਿਸ ਤਰੀਕੇ ਦੇ ਨਾਲ ਤੁਸੀਂ ਇਹ ਕਹੋ ਕਿਸੇ ਪ੍ਰੋਫਿਟ ਦੇ ਉੱਤੇ ਤੁਸੀਂ ਅਟੈਕ ਕਰਦੇ ਹੋ, ਜਿਸ ਤਰ੍ਹਾਂ ਹੁਣ ਤਾਂ ਮੂੰਹ ਜ਼ਬਾਨੀ ਉਹ ਜਿਹੜੀ ਨੁਕੁਲ ਸ਼ਰਮਾ ਨੇ ਅਟੈਕ ਹੀ ਕੀਤਾ ਨਾ ਉਸ ਦੇ ਉੱਤੇ, ਇਹਦੇ ਤੇ ਫਿਜ਼ੀਕਲੀ ਜੇ ਤੁਸੀਂ ਅਟੈਕ ਕਰ ਰਹੇ ਹੋ ਇੱਕ ਜਿਉਂਦੇ ਜਾਗਦੇ ਸਾਖਸ਼ਾਤ ਗੁਰੂ ਦੇ ਉੱਤੇ ਤੁਸੀਂ ਅਟੈਕ ਕਰ ਰਹੇ ਹੋ। ਇਹ ਬਲਾਸਫੇਮੀ ਤੇ ਸੈਕਰਿਲੇਜ ਦੋ ਚੀਜ਼ਾਂ ਹੈਗੀਆਂ ਜਿਹੜੀਆਂ ਇੰਗਲਿਸ਼ ਦੇ ਵਿੱਚ ਟਰਮ ਯੂਜ਼ ਹੁੰਦੀਆਂ। ਕਿਸੇ ਵੀ ਧਾਰਮਿਕ ਗ੍ਰੰਥ ਦੀ ਪ੍ਰੋਫਿਟ ਦੀ ਤੁਸੀਂ ਤੋਹੀਨ ਕਰਦੇ ਹੋ ਜਦੋਂ, ਤਾਂ ਉਸ ਤੋਂ ਮੱਚ ਹਾਇਰ ਸਟੇਟਸ ਆ ਇਸ ਦਾ, ਜਿਹੜਾ ਕਿ ਮੈਂ ਸਮਝਦਾ ਸਿੱਖ ਅੱਜ ਤੱਕ ਦੱਸ ਨਹੀਂ ਸਕੇ ਦੁਨੀਆ ਨੂੰ। ਇਹ ਯੂਨੀਕ ਸਟੇਟਸ ਆ, ਇਹ ਦੁਨੀਆ ਦੇ ਦੂਸਰੇ ਧਾਰਮਿਕ ਗ੍ਰੰਥਾਂ ਨਾਲੋਂ ਬਿਲਕੁਲ ਵੱਖਰਾ, ਇਹਦਾ ਸਟੇਟਸ ਹਾਇਰ ਦੈਨ ਦਾ ਪ੍ਰੋਫਿਟ ਹੈਗਾ। ਤੋ ਇਸੇ ਕਰਕੇ ਜਦੋਂ ਉਹਨਾਂ ਨੇ ਉੱਥੇ ਕਿ ਚੋਰੀ ਕੀਤਾ ਸੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਡੇਰੇ ਵਾਲਿਆਂ ਨੇ, ਤਾਂ ਉਸ ਵੇਲੇ ਉਹਨਾਂ ਨੇ ਕੀ ਕਿਹਾ ਸੀ ਕਿ ਲਓ ਅਸੀਂ ਤੁਹਾਡਾ ਗੁਰੂ ਚੋਰੀ ਕਰ ਲਿਆ। That was a very correct language it used, but the Sikhs did not understand that, nor the government understood that. ਜਿਹੜੀ ਉਸ ਵੇਲੇ ਦੀ ਸਰਕਾਰ ਸੀ ਪ੍ਰਕਾਸ਼ ਸਿੰਘ ਬਾਦਲ ਦੀ, ਉਹ ਬਿਲਕੁਲ ਸੈਮੀ ਲਿਟਰੇਟ ਆਦਮੀ ਹੈਗੇ ਆ ਜਿਨ੍ਹਾਂ ਨੂੰ ਇਸ ਗੱਲ ਦੀ ਅਹਿਮੀਅਤ ਦਾ ਪਤਾ ਨਹੀਂ ਸੀ, ਪਰ ਦੁਸ਼ਮਣ ਨੂੰ ਪਤਾ ਸੀ ਇਸ ਦੀ ਅਹਿਮੀਅਤ ਕੀ ਹੈ। ਇਸੇ ਕਰਕੇ ਉਸਨੇ ਇਸ਼ਤਿਹਾਰ ਦੇ ਵਿੱਚ ਇਹ ਲਫ਼ਜ਼ ਇਹ ਲੈਂਗੁਏਜ ਯੂਜ਼ ਕੀਤੀ, ਦੁਸ਼ਮਣ knows your strength but you do not know your own strength। ਇਹ ਟ੍ਰੈਜੇਡੀ ਹੈ, ਇਹ ਆਇਰਨੀ ਹੈ, ਸਾਡੇ ਸਿੱਖ ਕੌਮ ਦੀ ਆਇਰਨੀ ਹੈ ਕਿ ਸਾਨੂੰ ਆਪਣੀ ਗੱਲ ਦਾ ਪਤਾ ਨਹੀਂ, ਦੁਸ਼ਮਣ ਨੂੰ ਤੁਹਾਡੀ ਗੱਲ ਦਾ ਪਤਾ। ਇਸੇ ਕਰਕੇ ਦੁਸ਼ਮਣ ਪਰਪਸਲੀ ਕਿਸ ਚੀਜ਼ ਤੇ ਅਟੈਕ ਕਰ ਰਿਹਾ, ਤੁਹਾਡੇ ਫਿਜ਼ੀਕਲ ਸੈਲਫ ਤੇ ਨਹੀਂ ਅਟੈਕ ਕਰ ਰਿਹਾ। ਜਿਹੜਾ ਜਿਉਂਦਾ ਜਾਗਦਾ ਸਾਖਸ਼ਾਤ ਗੁਰੂ, ਉਹ ਕਹਿੰਦਾ ਅਸੀਂ ਤੁਹਾਡਾ ਗੁਰੂ ਚੋਰੀ ਕਰ ਲਿਆ, ਇਸ਼ਤਿਹਾਰ ਲਾਇਆ ਉਸ ਜਗ੍ਹਾ, ਪੋਸਟਰ ਲਾਏ ਗਏ ਖੁੱਲੇ ਤੌਰ ਤੇ, ਜੇ ਤੁਹਾਡੇ 'ਚ ਦਮ ਹੈ ਆ ਜਾਓ ਤੁਸੀਂ ਲੈ ਲਓ ਸਭ। ਲੇਕਿਨ ਬਦਕਿਸਮਤੀ ਦੇ ਨਾਲ ਉਸ ਵੇਲੇ ਦੀ ਜਿਹੜੀ ਸਰਕਾਰ ਹੈ ਉਸ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਸਟੇਟਸ ਤੇ ਪੋਜੀਸ਼ਨ ਨੂੰ ਸਮਝਿਆ ਹੀ ਨਹੀਂ। ਜੇ ਉਹ ਸਮਝਦੇ ਤਾਂ ਇਸ ਕਿਸਮ ਦਾ ਕੇਸ ਉਹਨਾਂ ਤੇ ਕ੍ਰਿਮੀਨਲ, ਅਪਾਰਟ ਫਰੋਮ ਬਲਾਸਫੇਮੀ ਤੇ ਸੈਕਰਿਲੇਜ, ਉਹਨਾਂ ਤੇ ਕ੍ਰਿਮੀਨਲ ਕੇਸ ਰਜਿਸਟਰ ਹੋ ਸਕਦਾ ਸੀਗਾ। ਤਾਂ ਉਹ ਤਾਂ ਕਿਉਂਕਿ ਜਿਹੜੇ ਕਾਰਨ ਕੋਨਾ ਉਹਨਾਂ ਨੂੰ ਆਪਣੀ ਕਿਸੇ ਗੱਲ ਦੀ ਸਮਝ ਨਹੀਂ, ਉਹ ਤਾਂ ਰਿਲੀਜਨ ਨੂੰ ਐਕਸਪਲੋਇਟ ਕਰਦੇ ਰਹੇ। ਸਰ ਇੱਕ ਬੜੀ ਅਹਿਮ ਚੀਜ਼ ਹੈ, ਜਿਵੇਂ ਤੁਸੀਂ ਜ਼ਿਕਰ ਕਰ ਰਹੇ ਸੀ ਕਿ ਕਦਰ ਜਿਹੜੀ ਹੁੰਦੀ ਹੈ ਕਿ ਵੇਲੇ ਅਸੀਂ ਉਹੀ ਨਹੀਂ ਕਰ ਪਾਉਂਦੇ, ਅਸੀਂ ਸਮਝ ਨਹੀਂ ਪਾਉਂਦੇ ਕਿ ਇਸ ਦੀ ਅਹਿਮੀਅਤ ਕੀ ਹੈਗੀ। ਬੜੀ ਚਿੰਤਾ ਦੀ ਗੱਲ ਹੈ ਜਦੋਂ ਬੇਅਦਬੀ ਦੀ ਘਟਨਾ ਵਾਪਰਦੀ, ਉਸ ਤੋਂ ਬਾਅਦ ਹੁਣ ਜਿਵੇਂ ਅਸੀਂ 7 ਸਾਲ ਬੀਤ ਗਏ, 3 ਸਰਕਾਰ ਆ ਗਈਆਂ, ਤੀਜੀ ਸਰਕਾਰ ਦਾ ਸਮਾਂ ਚੱਲ ਰਿਹਾ ਹੈਗਾ। ਅਕਾਲੀ ਦਲ ਇਸ ਵੇਲੇ ਪੱਬਾਂ ਭਾਰ ਹੋ ਕੇ ਇਹ ਕਹਿ ਰਿਹਾ ਕਿ ਅਸੀਂ ਸੁਰਖਰੂ ਹੋ ਚੁੱਕੇ ਹਾਂ, ਵਾਈਟ ਸਾਨੂੰ ਤਾਂ ਕਲੀਨ ਚਿੱਟ ਮਿਲ ਗਈ, ਕਿਉਂਕਿ ਭਗਵੰਤ ਮਾਨ ਨੇ ਜਿਹੜੀ ਕੁਝ ਜਥੇਬੰਦੀਆਂ ਨੂੰ, ਸਿੱਖ ਜਥੇਬੰਦੀਆਂ ਨੂੰ ਰਿਪੋਰਟ ਸੌਂਪੀ, ਤੁਹਾਡੇ ਧਿਆਨ ਦੇ ਵਿੱਚ ਵੀ ਆਈ ਹੋਣੀ, ਕਹਿੰਦੇ ਸਾਡਾ ਕਿਤੇ ਵੀ ਜ਼ਿਕਰ ਨਹੀਂ ਹੈਗਾ, ਕਹਿੰਦੇ ਸਾਨੂੰ ਤਾਂ ਬਦਨਾਮ ਕੀਤਾ। ਨੋ ਉਹ ਸਿਰਫ ਲੇਮ ਐਕਸਕਿਊਜ਼ਸ ਆ ਉਹਨਾਂ ਦੇ।
ਉਹ ਮਤਲਬ ਗੁੰਮਰਾਹ ਕਰ ਸਕਦੇ ਕੁਝ ਲੋਕਾਂ ਨੂੰ, ਪਰ ਉਹ ਗੁੰਮਰਾਹ ਪੰਥ ਨੂੰ ਨਹੀਂ ਕਰ ਸਕਦੇ ਜਿਹੜੇ ਪੰਥ ਨੂੰ ਸਮਰਪਿਤ ਆ। ਔਰ ਇਸ ਗੱਲ ਦੀ ਅਹਿਮੀਅਤ ਨੂੰ ਉਹਨਾਂ ਨੂੰ ਅਹਿਸਾਸ ਹੈ, ਇਸ ਗੱਲ ਦੀ ਅਹਿਮੀਅਤ ਦਾ ਸਮਝ ਤੋਂ ਉੱਪਰ ਅਹਿਸਾਸ ਆ ਉਹਨਾਂ ਨੂੰ। ਇਹ ਸਾਡਾ ਅਸੀਂ ਉਸ ਨੂੰ ਉਹ ਸਟੇਟਸ ਦਿੰਦੇ ਆ ਜਿਹੜਾ ਦੂਸਰੀਆਂ ਸਕ੍ਰਿਪਚਰਸ ਨੂੰ ਨਹੀਂ ਹੈਗਾ। ਤੋ ਅਸੀਂ ਸਾਡੀ ਬਦਕਿਸਮਤੀ ਹੈ ਕਿ ਅਸੀਂ ਦੁਨੀਆ ਨੂੰ ਇਹ ਗੱਲ ਦੱਸ ਨਹੀਂ ਸਕੇ। ਦੇਖੋ ਗੱਲ ਕੀ ਹੈ, ਜਿਹੜੇ ਗੁਰੂ ਮਹਾਰਾਜ ਨੇ ਗੁਰੂ ਅਰਜਨ ਦੇਵ ਮਹਾਰਾਜ ਨੇ ਜਿਹੜੇ ਮਤਲਬ ਸ਼ਹੀਦਾਂ ਦੇ ਸਰਤਾਜ ਜਿਸ ਨੂੰ ਅਸੀਂ ਕਹਿੰਦੇ ਕਿਸ ਗੱਲ ਤੇ ਸ਼ਹਾਦਤ ਦਿੱਤੀ ਹੈ, ਇਸ ਗੱਲ ਤੇ ਸ਼ਹਾਦਤ ਦਿੱਤੀ ਆ ਵੀ ਇਸ ਜਿਹੜੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਪੋਥੀ ਪਰਮੇਸ਼ਰ ਕਾ ਥਾਨ ਇਸਲਾਮ ਸਟੇਟ ਨਾਲ ਟੱਕਰ ਲੱਗ ਗਈ ਇਸੇ ਇਸ਼ੂ ਦੇ ਉੱਤੇ। ਬਹੁਤ ਸਾਰੇ ਇਤਿਹਾਸਕਾਰਾਂ ਨੇ ਕਈ ਹੋਰ ਸਰਕਮਸਟਾਂਸਿਸ ਦਿੱਤੇ ਆ ਲੀਡਿੰਗ ਟੂ ਦੀ ਮਾਰਟੀਰਡਮ ਆਫ ਗੁਰੂ ਅਰਜਨ ਦੇਵ, ਪਰ ਮੇਰੀ ਸਮਝ ਦੇ ਵਿੱਚ ਜਿੰਨਾ ਕੁ ਮੈਂ ਇਤਿਹਾਸ ਨੂੰ ਸਮਝ ਸਕਿਆ ਇਹੀ ਕਾਰਨ ਆ ਕਿਉਂਕਿ ਪ੍ਰੋਫਿਟ ਮੁਹੰਮਦ ਸਾਹਿਬ ਨੇ ਇਹ ਗੱਲ ਕਹੀ ਸੀ ਵੀ ਆਈ ਐਮ ਦਾ ਲਾਸਟ ਪ੍ਰੋਫਿਟ ਔਨ ਦਿਸ ਯੂਨੀਵਰਸ। ਇਸ ਤੋਂ ਬਾਅਦ ਪ੍ਰੋਫਿਟ ਹੋ ਹੀ ਨਹੀਂ ਸਕਦਾ, ਜਿਹੜਾ ਹੋਏਗਾ ਉਸ ਦੀ ਐਗਜ਼ਿਸਟੈਂਸ ਇਜ਼ ਥ੍ਰੈਟਨਡ। ਸਮਝੇ ਨਹੀਂ ਤਾਂ ਕਾਫਿਰ ਹੋਏਗਾ ਉਹ। ਤਾਂ ਮੇਰਾ ਮਤਲਬ ਅਸੀਂ ਜਿਹੜਾ ਗੁਰੂ ਗ੍ਰੰਥ ਸਾਰੀ ਲੜਾਈ ਸਿੱਖਾਂ ਦੀਆਂ ਸ਼ਹਾਦਤਾਂ ਸਿੱਖਾਂ ਦੇ ਸਿਰਾਂ ਦੇ ਉੱਤੇ ਮੁੱਲ ਸਿਰਫ ਪੋਥੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਆ ਜਿਹੜੀ ਪਰਮੇਸ਼ਰ ਦਾ ਸਥਾਨ ਆ। ਅੱਜ ਤੱਕ ਜੇ ਸਾਡੀ ਜਿਹੜੀ ਇਸਲਾਮਿਕ ਸਟੇਟ ਨਾਲ ਟੱਕਰ ਲੱਗੀ ਇਸੇ ਇਸ਼ੂ ਦੇ ਉੱਤੇ, ਜੇ ਸਾਡੀ ਕ੍ਰਿਸਚਨ ਸਟੇਟ ਨਾਲ ਲੱਗੀ ਇਸੇ ਕਰਕੇ ਕਿਉਂਕਿ ਉਹਨਾਂ ਨੇ ਸਭ ਤੋਂ ਪਹਿਲਾਂ ਕੀ ਕੀਤਾ, ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਪਕੜ ਕੇ ਉਹਦਾ ਟਰਾਂਸਲੇਸ਼ਨ ਡਾਕਟਰ ਟਰੰਪ ਅਰਨੈਸਟ ਟਰੰਪ ਤੋਂ ਕਰਾਉਣ ਦੀ ਕੋਸ਼ਿਸ਼ ਕੀਤੀ ਤਾਂ ਕਿ ਇਸ ਦੀ ਅਹਿਮੀਅਤ ਨੂੰ ਕਿਸੇ ਨਾ ਕਿਸੇ ਢੰਗ ਦੇ ਨਾਲ ਮਤਲਬ ਡੈਮੇਜ ਕੀਤਾ ਜਾਵੇ, ਸਿੱਖਾਂ ਦੇ ਇਮੈਜੀਨੇਸ਼ਨ 'ਚੋਂ ਇਹ ਗੱਲ ਕੱਢ ਦਿੱਤੀ ਜਾਵੇ। ਔਰ ਮੈਂ ਇੱਥੇ ਤੁਹਾਨੂੰ ਤੁਹਾਡੇ ਰਾਹੀਂ ਖਾਸ ਤੌਰ 'ਤੇ ਦੱਸਣਾ ਚਾਹੁੰਦਾ ਕਿ ਭਾਈ ਕਾਹਨ ਸਿੰਘ ਬਹੁਤ ਪ੍ਰਮਾਣਿਕ ਸਿੱਖ ਵਿਦਵਾਨ ਹੋਏ ਆ, ਉਹਨਾਂ ਤੋਂ ਇੱਕ ਬਹੁਤ ਵੱਡੀ ਗਲਤੀ ਹੋ ਗਈ, ਬਹੁਤ ਵੱਡੀ ਗਲਤੀ ਹੋ ਗਈ। ਉਹਨੂੰ ਮੈਂ ਰੈਕਟੀਫਾਈ ਕਰਨ ਦੀ ਕੋਸ਼ਿਸ਼ ਕਰ ਰਿਹਾ, ਪਰ ਮੇਰਾ ਉਸ ਕਿਸਮ ਦਾ ਸਟੇਟਸ ਨਹੀਂ ਜਿਸ ਕਿਸਮ ਦਾ ਭਾਈ ਕਾਹਨ ਸਿੰਘ ਦਾ। ਉਹਨਾਂ ਨੇ ਜਦੋਂ ਟਰਾਂਸਲੇਸ਼ਨ ਕਰਵਾਇਆ ਇੰਗਲਿਸ਼ ਦੇ ਵਿੱਚ MA ਮਕੌਲਿਫ ਤੋਂ, ਜਿਹੜਾ ICS ਆਫਿਸਰ ਸੀ, ਉਹ ਉਸ ਤੋਂ ਸਕ੍ਰਿਪਚਰ ਲਫ਼ਜ਼ ਇੰਟਰੋਡਿਊਸ ਕਰ ਲਿਆ। ਤਾਂ ਕਿਉਂਕਿ ਮਕੌਲਿਫ ਦੀ ਜਿਹੜੀ ਗਰੂਮਿੰਗ ਹੋਈ ਸੀ, ਪਰਵਰਿਸ਼ ਹੋਈ ਵੀ ਸੀ, ਉਹ ਕ੍ਰਿਸਚਨ ਐਨਵਾਇਰਨਮੈਂਟ 'ਚ ਹੋਈ ਵੀ ਸੀ। ਉੱਥੇ ਜਿਹੜੀ ਬਾਈਬਲ ਆ ਉਹ ਮਤਲਬ ਇੱਕ ਸਕ੍ਰਿਪਚਰ ਹੈਗੀ ਹੈ, ਸਾਡੀ ਇਹ ਸਕ੍ਰਿਪਚਰ ਨਹੀਂ ਹੈਗੀ। ਸਾਡਾ ਇਹ ਸਾਖਸ਼ਾਤ ਜਿਉਂਦਾ ਜਾਗਦਾ ਗੁਰੂ ਆ। ਇਹ ਬਹੁਤ ਵੱਡੀ ਗਲਤੀ ਹੋਈ ਹੈ ਭਾਈ ਕਾਹਨ ਸਿੰਘ ਤੋਂ, ਉਹ ਗਲਤੀ ਚੱਲੀ ਗਈ। ਭਾਈ ਵੀਰ ਸਿੰਘ ਨੇ ਵੀ ਕੀਤੀ, ਕਿਸੇ ਨੇ ਜਿਹਨਾਂ ਟੀਕੇ ਕਰਦੇ, ਟੀਕੇ ਇਸ ਤੇ ਕਿਸ ਤਰ੍ਹਾਂ ਹੋ ਸਕਦੇ ਆ? ਜਿਉਂਦੇ ਜਾਗਦੇ ਸਾਖਸ਼ਾਤ ਗੁਰੂ ਦੇ ਟੀਕੇ ਕੌਣ ਕਰ ਦੇਗਾ? ਜਦੋਂ ਗੁਰੂ ਨਾਨਕ ਮਹਾਰਾਜ ਮਤਲਬ ਜਿਉਂਦੇ ਆਪਣੇ ਜ਼ਿੰਦਗੀ 'ਚ ਸੀ, ਉਹਨਾਂ ਦਾ ਕੋਈ ਟੀਕਾ ਕਰ ਸਕਿਆ? ਗੁਰੂ ਅਰਜਨ ਦੇਵ ਦਾ ਕੋਈ ਟੀਕਾ ਕਰ ਸਕਦਾ? ਗੁਰੂ ਸਾਹਿਬਾਨ ਦਾ, ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਕੋਈ ਟੀਕਾ ਕਰ ਸਕਦਾ? ਕੌਣ ਕਰੇਗਾ ਇਸ ਦਾ ਟੀਕਾ? ਜਿਉਂਦੀਆਂ ਜਾਨਾਂ ਦੇ ਕੋਈ ਟੀਕੇ ਕੀਤੇ ਜਾਂਦੇ ਆ। ਤੋ ਇਸ ਕਰਕੇ ਸਾਡਾ ਇਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਜਿਉਂਦਾ ਜਾਗਦਾ ਸਾਖਸ਼ਾਤ ਗੁਰੂ ਆ। ਇਸ ਦੀ ਬੇਅਦਬੀ ਕਿਸੇ ਵੀ ਕੀਮਤ ਤੇ ਸਹੀ ਨਹੀਂ ਜਾ ਸਕਦੀ। ਬੜੀ ਸਮਝਣ ਵਾਲੀ ਚੀਜ਼ ਆ। ਜਿਸ ਤਰੀਕੇ ਨਾਲ ਅਸੀਂ ਦੇਖ ਰਹੇ ਹਾਂ, ਤੁਹਾਡੇ ਵੀ ਧਿਆਨ ਦੇ ਵਿੱਚ ਖਬਰਾਂ ਆ ਰਹੀਆਂ, ਅਕਾਲੀ ਕਹਿੰਦਾ ਕਿ ਸਿੱਟ ਅਸੀਂ ਬਣਾਈ ਸੀ, ਅਕਾਲੀ ਦਲ ਵਾਲੇ ਕਹਿੰਦੇ ਕਿ ਉਹਦਾ ਨਤੀਜਾ ਹੈਗਾ ਖੱਟੜਾ ਸਾਹਿਬ ਜਿਹੜੀ ਅਸੀਂ ਬਣਾਈ ਸੀ ਸਿੱਟ, ਉਹਦੇ ਕਰਕੇ ਨਤੀਜਾ ਆਇਆ। ਕਾਂਗਰਸ ਕਹਿੰਦੀ ਕਿ ਸਾਡੇ ਸਮੇਂ ਦੇ ਵਿੱਚ ਚਲਾਨ ਪੇਸ਼ ਹੋਏ, 18 'ਚ ਅਸੀਂ ਚਲਾਨ ਪੇਸ਼ ਕੀਤੇ, 19 'ਚ ਉਹਦੇ ਵਿੱਚ ਸੁਣਵਾਈ, ਸਾਰਾ ਕੁਝ ਜੋ ਆਪਣੇ ਪ੍ਰੋਸੀਜਰ ਦੱਸਦੇ ਨੇ। ਆਮ ਆਦਮੀ ਪਾਰਟੀ ਕਹਿੰਦੀ ਕਿ ਅਸੀਂ 3 ਮਹੀਨਿਆਂ ਦੇ ਵਿੱਚ ਕੰਮ ਖਿੱਚਤਾ। ਦੇਖੋ, ਜਿਹੜੇ ਮੈਂ ਹੁਣ ਤਿੰਨਾਂ ਦੀ ਗੱਲ ਕਰ ਲਓ, ਬਾਦਲਾਂ ਦੀ ਸਰਕਾਰ ਦੀ ਗੱਲ ਕਰ ਲਓ, ਕਾਂਗਰਸ ਦੀ ਸਰਕਾਰ ਦੀ ਗੱਲ ਲਓ, ਆਮ ਪਾਰਟੀ, ਇਹ ਤਿੰਨੇ ਸਿੱਖ ਵਿਰੋਧੀ ਪਾਰਟੀਆਂ, ਮਾਫ ਕਰ ਲਓ, ਇੱਕ ਤੋਂ ਵੱਧ। ਇਟ ਇਜ਼ ਡਿਫਿਕਲਟ ਟੂ ਸੇ ਕਿਹੜਾ ਸਭ ਤੋਂ ਵੱਧ ਆ। ਤਿੰਨੇ ਐਂਟੀ ਸਿੱਖ, ਐਂਟੀ ਸ਼੍ਰੀ ਗੁਰੂ ਗ੍ਰੰਥ ਸਾਹਿਬ, ਮਤਲਬ ਇਤਿਹਾਸ ਨੂੰ ਸਮਝਣ 'ਚ ਨਾਲਾਇਕ। ਤੋ ਇਸ ਕਰਕੇ ਹੁਣ ਉਹ ਤਾਂ ਜਿਹੜੇ ਕਾਂਗਰਸ ਵਾਲੇ ਤਾਂ ਕਹਿੰਦੇ ਅਸੀਂ ਸੈਕੂਲਰ ਹਾਂ। ਜੇ ਸੈਕੂਲਰ ਹੋ, ਤੁਸੀਂ ਕਿਸ ਤਰੀਕੇ ਦੇ ਨਾਲ ਗੁਰੂ ਗ੍ਰੰਥ ਸਾਹਿਬ ਦੀ ਅਹਿਮੀਅਤ ਨੂੰ ਅੰਡਰਸਟੈਂਡ ਕਰ ਸਕੋਗੇ? ਜਿਹੜੇ ਉਹ ਆ, ਉਹ ਕਹਿੰਦੇ ਜੀ ਅਸੀਂ ਤਾਂ ਪੰਜਾਬੀ ਪਾਰਟੀ ਆ, ਸਾਡੀ ਤਾਂ ਅਕਾਲੀ ਪਾਰਟੀ ਹੈ ਹੀ ਨਹੀਂ। ਸਮਝੇ ਕਿ ਨਹੀਂ? ਉਹ ਤਾਂ ਜੇ ਉੱਥੇ ਮੋਦੀ ਸਾਹਿਬ ਆਉਂਦੇ ਆ ਪਠਾਨਕੋਟ ਦੇ ਵਿੱਚ, ਜਦੋਂ ਪਹਿਲੀ ਰੈਲੀ ਕਰਦੇ ਆ, ਜਦੋਂ ਆਪਣੀ ਪ੍ਰਾਈਮ ਮਿਨਿਸਟਰਸ਼ਿਪ ਦੇ ਲਈ, ਤਾਂ ਉੱਥੇ ਜੈ ਸ਼੍ਰੀ ਰਾਮ ਦੇ ਨਾਅਰੇ ਲਾ ਰਿਹਾ ਪ੍ਰਕਾਸ਼ ਸਿੰਘ ਬਾਦਲ। ਉਹ ਤਾਂ ਇਹ ਕਹਿ ਰਿਹਾ ਵੀ ਸਾਡਾ ਤਾਂ BJP ਦੇ ਨਾਲ 9 ਮਾਸ ਦਾ ਰਿਸ਼ਤਾ, ਸਾਡਾ BJP ਦੇ ਨਾਲ ਜਨਮ ਦਾ ਰਿਸ਼ਤਾ, ਸਾਡਾ BJP ਨਾਲ ਪਤੀ ਪਤਨੀ ਦਾ ਰਿਸ਼ਤਾ। ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲਾ ਜੋ ਵੀ ਮਨੁੱਖ ਹੈ ਇਸ ਦੁਨੀਆ ਦੇ ਉੱਤੇ, ਮਾਨਵਤਾ ਦਾ ਧਰਮ ਹੈ,
ਯੂਨੀਵਰਸਲ ਰਿਲੀਜਨ ਆ, ਬ੍ਰਦਰਹੁੱਡ ਆਫ ਮੈਨਕਾਈਂਡ, ਫਾਦਰਹੁੱਡ ਆਫ ਗੋਡ, ਇਸ ਦਾ ਕਨਸੈਪਟ ਹੈ। ਉਹ ਇਹ ਕਹਿ ਸਕਦਾ ਵੀ ਮੈਂ ਕਿਸੇ ਦੀ ਪਤਨੀ, ਕਹਿ ਸਕਦਾ? ਕਿੰਨੀ ਮਤਲਬ ਗੈਰ ਜ਼ਿੰਮੇਵਾਰਾਂ ਨਾਲ ਗੱਲਾਂ ਕੀਤੀਆਂ ਗਈਆਂ ਲਗਾਤਾਰ, ਔਰ ਜਿਹੜੇ ਉਹਨਾਂ ਦੇ ਪੈਰੋਕਾਰ MLA MP ਜਾਂ ਜੋ ਵੀ ਹੋਰ ਕਾਰਨਕੁਨਾ ਪਾਰਟੀ ਦੇ, ਉਹ ਸਿਰ ਝੁਕਾ ਕੇ ਉਹੀ ਗੱਲਾਂ ਕਰਦੇ ਰਹੇ। ਕਿਹੜੇ ਸਿੱਖ ਆ ਉਹ? ਪਹਿਰਾਵੇ 'ਚ ਹੋ ਸਕਦੇ ਕ੍ਰਿਪਟੋ ਸਿੱਖ ਉਹਨਾਂ ਨੂੰ ਕਹਿੰਦੇ ਆ, ਪਹਿਰਾਵੇ ਵਿੱਚ ਤੁਸੀਂ ਸਿੱਖ ਹੋ, ਮਾਨਸਿਕਤਾ ਵਿੱਚ ਤੁਸੀਂ ਸਿੱਖ ਨਹੀਂ, ਵਿਚਾਰਧਾਰਾ ਦੇ ਵਿੱਚ ਤੁਸੀਂ ਸਿੱਖ ਨਹੀਂ, ਸਿਧਾਂਤਿਕ ਤੌਰ ਤੇ ਤੁਸੀਂ ਸਿੱਖ ਨਹੀਂ। ਇਹ ਇੱਕ ਸਾਡੀ ਆਇਰਨੀ ਹੈ, ਕਿਉਂਕਿ ਇਤਨਾ ਬੜਾ ਸੰਕਲਪ ਹੈ, ਇਤਨਾ ਯੂਨੀਕ ਇਹ ਪੁਆਇੰਟ ਆਫ ਵਿਊ ਹੈ, ਜਿਸ ਨੂੰ ਸਮਝਣ ਦੇ ਲਈ ਤੁਹਾਨੂੰ ਬੜੀ ਘਾਲਣਾ ਘਾਲਣੀ ਪੈਂਦੀ ਹੈ। ਫਿਰ ਜਾ ਕੇ ਤੁਹਾਨੂੰ ਮਾੜੀ ਮੋਟੀ ਸਮਝ ਆਉਂਦੀ ਹੈ ਵੀ ਇਹ ਉਸ ਤੋਂ ਵੀ ਉੱਪਰ ਆ। ਇਹ ਹਿਊਮਨ ਮਾਈਂਡ ਦੀ ਕੰਪਰੀਹੈਂਸ਼ਨ, ਕਿਉਂਕਿ ਯੂਨੀਕ ਸਿਸਟਮ ਹੈ ਦੁਨੀਆ ਦੇ ਸਿਸਟਮ ਦੇ ਵਿੱਚ। ਸਾਡਾ ਆਪਣਾ ਵਰਲਡ ਵਿਊ ਜਿਹੜਾ ਯੂਨੀਕ ਆ, ਅਸੀਂ ਸਟੇਟ ਨੂੰ ਐਕਸੈਪਟ ਨਹੀਂ ਕਰਦੇ। ਜੇ ਅਸੀਂ ਸਰਬੱਤ ਦੇ ਭਲੇ ਦੀ ਗੱਲ ਕਰਦੇ ਹਾਂ, ਯੂਨੀਵਰਸਲ ਵੈਲਫੇਅਰ ਦੀ, ਤਾਂ ਸਟੇਟ ਕਿੱਥੇ? ਸਟੇਟ ਦੀ ਤਾਂ ਬਾਉਂਡਰੀਆਂ, ਸਟੇਟ ਮੈਨ ਮੇਡ ਹੈ। ਇਹ ਸਾਡਾ ਜਿਹੜਾ ਕਨਸੈਪਟ ਹੈ ਗੋਡ ਮੇਡ ਹੈ। ਤੋ ਇਸ ਕਰਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਹੈ, ਅਸੀਂ ਰਾਜ ਕਰਕੇ ਦਿਖਾਇਆ ਦੁਨੀਆ ਨੂੰ। ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਰਾਜਾ ਰਣਜੀਤ ਸਿੰਘ ਦਾ ਰਾਜ ਨਹੀਂ, ਨਾ ਉਹ ਤਖਤ ਤੇ ਬੈਠਾ, ਨਾ ਉਹਨੇ ਕਲਗੀ ਲਾਈ, ਨਾ ਉਸਨੇ ਆਪਣੇ ਆਪ ਨੂੰ ਮਹਾਰਾਜਾ, ਤਾਂ ਲੋਕ ਕਹਿ ਦਿੰਦੇ ਉਹ ਮਹਾਰਾਜਾ ਸੀ, ਉਹ ਤਾਂ ਕਹਿੰਦਾ ਸੀ ਸਰਕਾਰ-ਏ ਖਾਲਸਾ ਹੈ। ਉਹਨੇ ਕੋਇਨ ਵੀ ਗੁਰੂਆਂ ਦੇ ਨਾਂ ਦੇ ਉੱਤੇ ਇਸ਼ੂ ਕੀਤੇ, ਅਕਾਲ ਸਹਾਏ ਉਹਦੀ ਸੀਲ ਸੀ। ਤੋ ਉਸ ਕਿਸਮ ਦਾ ਅੱਜ ਵੀ BBC ਨੇ, ਤੁਹਾਨੂੰ ਪਤਾ, 5000 ਇਤਿਹਾਸਕਾਰਾਂ ਨੂੰ ਅਪਾਇੰਟ ਕਰਕੇ ਕਿਹਾ ਵੀ ਸਾਨੂੰ ਸਭ ਤੋਂ ਦੁਨੀਆ 'ਚ ਬਿਹਤਰੀਨ ਰਾਜ ਦੱਸੋ। ਉਹਨਾਂ ਨੇ ਐਸਟੈਬਲਿਸ਼ ਕਰ ਦਿੱਤਾ ਵੀ ਰਣਜੀਤ ਸਿੰਘ ਦੀ 37% ਵੋਟਾਂ ਰਣਜੀਤ ਸਿੰਘ ਨੂੰ ਪਈਆਂ। ਹਾਲਾਂਕਿ ਮਤਲਬ ਦੇਖੋ ਕਿੰਨਾ ਵਰਲਡ ਦੀ ਹਿਸਟਰੀ ਨੂੰ ਡੋਮੀਨੇਟ ਕੀਤਾ ਬ੍ਰਿਟਿਸ਼ਰਸ ਨੇ। ਇੱਕ ਜਿਹੜਾ ਚਰਚਲ ਉਹਨੂੰ 1% ਵੋਟ ਪਈ ਹੈ, ਤੋ ਇਬਰਾਹਿਮ ਲਿੰਕਨ ਨੂੰ 2% ਵੋਟਾਂ ਪਈਆਂ। ਤੋ ਮੇਰਾ ਮਤਲਬ ਕਹਿਣ ਦਾ ਹੈ, ਤੁਸੀਂ ਉਹ ਦੁਨੀਆ ਨੂੰ ਦਿਖਾਇਆ, ਅੱਜ ਤੁਸੀਂ ਭੁੱਲ ਗਏ, ਤੁਸੀਂ ਬੇਮੁਖ ਹੋ ਗਏ, ਕਿਉਂਕਿ ਤੁਹਾਡੇ ਸਵਾਰਥ ਜਿਹੜੇ ਉਹ ਡੋਮੀਨੇਟ ਕਰ ਰਹੇ। ਤੋ ਅੱਜ ਜ਼ਰੂਰਤ ਆ ਕਿ ਅਸੀਂ ਪਹਿਲਾਂ ਸਮਝ ਲਈਏ ਇਹ ਸੈਕਰਿਲੇਜ ਤੇ ਬਲਾਸਫੇਮੀ ਤੋਂ ਵੀ ਉੱਪਰ ਵਾਲੀ ਚੀਜ਼ ਹੈ। ਸੈਕਰਿਲੇਜ ਤੇ ਬਲਾਸਫੇਮੀ ਤਾਂ ਬਾਈਬਲ ਦੀ ਹੋ ਸਕਦੀ ਹੈ, ਦੂਸਰੇ ਪਾਸੇ ਹਿੰਦੂ ਸਕ੍ਰਿਪਚਰਸ ਦੀ ਹੋ ਸਕਦੀ ਆ, ਪਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਚ ਹਾਇਰ। ਇਹ ਜਿਸ ਤਰ੍ਹਾਂ ਇੱਕ ਹਿਊਮਨ ਬੀਇੰਗ ਨੂੰ ਤੁਸੀਂ ਹਰਟ ਕਰ ਦਿਓ, ਉਹਨੂੰ ਤੁਸੀਂ ਫਿਜ਼ੀਕਲੀ ਹਰਟ ਕਰਕੇ ਉਹਦਾ ਖੂਨ ਬਹਾ ਦਿਓ, ਇਹ ਇਸ ਕਿਸਮ ਦੀ ਗੱਲ ਹੈ। ਸਰ ਬੜੀ ਅਹਿਮ ਚੀਜ਼ ਇੱਥੇ ਇਹ ਵੀ ਹੈ ਕਿ ਜਿਸ ਤਰੀਕੇ ਨਾਲ ਹੁਣ ਇੱਕ ਕੇਸ ਦੇ ਵਿੱਚ, ਮੋਗਾ ਵਾਲੇ ਕੇਸ ਦੇ ਵਿੱਚ ਜੇ ਸੁਣਵਾਈ ਹੁੰਦੀ ਹੈ, ਅਦਾਲਤਾਂ ਫੈਸਲੇ ਰੱਖੇ ਹੋਏ ਸੀਗੇ ਉਹਨਾਂ ਨੇ, ਜਿਨ੍ਹਾਂ ਦੀ ਸੁਣਵਾਈ ਹੋਈ ਤੇ ਉਸ ਤੋਂ ਬਾਅਦ ਉਹਨਾਂ ਨੇ ਫੈਸਲਾ ਸੁਣਾ ਦਿੱਤਾ ਆਪਣਾ। 3 ਸਾਲ ਦੀ ਸਜ਼ਾ ਹੋਈ, 2 ਜਿਹੜੇ ਮੁਜਰਮ ਸੀਗੇ ਉਹਨਾਂ ਨੂੰ ਮੁਜਰਮ ਦੀ ਥਾਂ ਬਰੀ ਕਰ ਦਿੱਤਾ ਗਿਆ ਕਿ ਉਹਨਾਂ ਦਾ ਵਿੱਚ ਨਾਮ ਨਹੀਂ ਆਇਆ, ਭੂਮਿਕਾ ਨਹੀਂ ਆਈ, ਤੇ ਉਹਨਾਂ ਨੂੰ ਜ਼ਮਾਨਤਾਂ ਮਿਲ ਗਈਆਂ। ਬੜੀ ਹੈਰਾਨੀ ਹੈ ਕਿ ਪਿੱਛੇ ਜੇ ਇਹ ਵੀ ਚਰਚਾਵਾਂ ਚੱਲੀਆਂ ਸੀ ਕਿ ਧਾਰਾ 295A ਦੇ ਵਿੱਚ ਤਰਮੀਮ ਕੀਤੀ ਜਾਵੇ ਤਾਂ ਜੋ ਸਖਤ ਤੋਂ ਸਖਤ ਕਾਰਵਾਈ ਹੋਵੇ ਤੇ ਅਗਲੀ ਵਾਰ ਬੰਦਾ ਇਦਾਂ ਦੀ ਗਲਤੀ ਕਰਨ ਬਾਰੇ ਸੋਚੇ ਵੀ ਨਾ। ਬਿਲਕੁਲ 3 ਸਾਲ ਦੀ ਸਜ਼ਾ ਸੀਗੀ, ਆਮ ਤੌਰ ਤੇ ਉਹਦੇ ਵਿੱਚ ਜ਼ਮਾਨਤ ਵੀ ਬੜੇ ਆਰਾਮ ਨਾਲ ਮਿਲ ਗਈ। ਲੱਗਦਾ ਨਹੀਂ ਕਿ ਇਸ ਬਾਬਤ ਵੀ ਸਰਕਾਰਾਂ ਨੂੰ ਸੋਚਣਾ ਚਾਹੀਦਾ? ਹਾਲਾਂਕਿ ਅਕਾਲੀ ਦਲ ਦਾਅਵਾ ਕਰਦਾ ਕਿ ਅਸੀਂ ਆਪਣੇ ਵੱਲੋਂ ਲਿਖ ਕੇ ਭੇਜਿਆ ਸੀ ਉਸ ਚੀਜ਼ ਤੇ। ਦੇਖੋ, ਇਹਨਾਂ ਦੀ ਫੇਲਰ ਅਕਾਲੀ ਦਲ ਦੀ ਹੈ ਨੰਬਰ 1। ਜਿਨ੍ਹਾਂ ਦੇ ਪੀਰੀਅਡ ਦੇ ਵਿੱਚ, ਜਿਨ੍ਹਾਂ ਦੀ ਹੁਕੂਮਤ ਦੇ ਵਿੱਚ ਇਹ ਕਿਸਮ ਦੀ ਕੁਰਾਹਤ ਹੋਈ ਹੈ, ਘਟਨਾ ਮੰਦਭਾਗੀ ਘਟਨਾ ਹੋਈ ਹੈ, ਸਮਝੇ ਕਿ ਨਹੀਂ, ਸਿੱਖਾਂ ਦੇ ਹਿਰਦਿਆਂ ਨੂੰ, ਸਿੱਖਾਂ ਦੀ ਮਾਨਸਿਕਤਾ ਨੂੰ ਵਲੂੰਦਰ ਵਾਲੀ ਗੱਲ ਹੋਈ ਹੈ, ਜਿਹੜੀ ਗੱਲ ਭੁਲਾਈ ਨਹੀਂ ਜਾ ਸਕਦੀ। ਇਹ ਐਸੇ ਘਾਉ ਆ ਜਿਹੜੇ ਮਿਟਾਏ ਨਹੀਂ ਜਾ ਸਕਦੇ। ਜੇ ਕੋਈ ਇਹ ਸਮਝੇ ਵੀ 10 ਸਾਲ 20 ਸਾਲ 25 ਸਾਲ ਹੋ ਗਏ, ਇਹ ਸਦੀਆਂ ਤੱਕ ਇਹ ਚੀਜ਼, ਇਹ ਜਿਹੜੇ ਘਾਉ ਆ, ਜਿਹੜੇ ਇਸ ਗੱਲ ਦੀ ਅਹਿਮੀਅਤ ਦਾ, ਜਿਨ੍ਹਾਂ ਨੂੰ ਅਹਿਸਾਸ ਆ, ਜਿਨ੍ਹਾਂ ਦੀ ਮਾਨਸਿਕਤਾ ਦੇ ਵਿੱਚ ਇਹ ਅਹਿਮੀਅਤ ਪਈ ਹੋਈ ਹੈ, ਉਹ ਕਦੇ ਜ਼ਿੰਦਗੀ 'ਚ ਇਸ ਨੂੰ ਭੁੱਲਣਗੇ ਨਹੀਂ, ਐਜ਼ ਲੌਂਗ ਐਜ਼ ਦੇ ਆਰ ਅਲਾਈਵ। ਤੋ ਹੁਣ ਜਿਹੜੀ ਗੱਲ ਕੀ ਹੈ, ਇਹ ਲੜਾਈ ਹੈ ਕਲਟ ਦੀ ਤੇ ਆਈਡੀਆ ਆਫ ਹਿਊਮੈਨਿਟੀ ਦੀ। ਜਿਹੜਾ ਮਤਲਬ ਰਾਮ ਰਹੀਮ ਆ, ਉਹ ਕੀ ਕਲਟ ਹੈ, ਉਹ ਕੋਈ ਧਰਮ ਨਹੀਂ ਹੈ, ਉਹ ਕਲਟ ਹੈ। ਉਹ ਲੋਕਾਂ ਨੂੰ ਇਸ ਤਰੀਕੇ ਨਾਲ ਮੈਸਮਰਾਈਜ਼ ਕਰਕੇ ਆਪਣੇ ਨਾਲ, ਆਪਣੇ ਇੰਡੀਵਿਜੂਅਲ ਦੇ ਨਾਲ ਜੋੜਦਾ। ਅੱਜ ਜਿਹੜੇ ਮਿਸਟਰ ਕੇਜਰੀਵਾਲ ਆ, ਉਹ ਵੀ ਕਲਟ ਉਹਨਾਂ ਦਾ ਚੱਲ ਰਿਹਾ। ਸੁਪਰੀਮੋ ਕਿਹੜਾ ਡੈਮੋਕ੍ਰੈਟਿਕ ਸਿਸਟਮ ਆ, ਕਿਹੜੀ ਪਾਰਟੀ ਆ ਜਿਹਦੇ 'ਚ ਸੁਪਰੀਮੋ ਲਫ਼ਜ਼ ਯੂਜ਼ ਹੁੰਦਾ? ਦੱਸੋ ਮੈਨੂੰ, ਕੋਈ ਹੈ? ਨਹੀਂ ਨਾ ਹੈ। ਤੋ ਉਹ ਕਲਟ ਉਸਨੇ ਇੰਟਰੋਡਿਊਸ ਕਰ ਰਿਹਾ। ਇਸੇ ਕਰਕੇ ਜਿਹੜੇ ਉਹਦੇ ਆਲੇ ਦੁਆਲੇ ਘੁੰਮਦੇ ਆ, ਉਹ ਉਸ ਨੂੰ ਜਿੰਨੀ ਦੇਰ ਵਰਸ਼ਿਪ ਨਹੀਂ ਕਰਦੇ, ਜਿੰਨੀ ਦੇਰ ਉਸ ਦੇ ਅੱਗੇ ਸਿਰ ਨਹੀਂ ਝੁਕਾਉਂਦੇ, ਔਰ ਉਸ ਦੇ ਨਾਲ ਅੱਖ ਮਿਲਾ ਕੇ ਗੱਲ ਨਹੀਂ ਕਰ ਸਕਦੇ।
ਅਸੀਂ ਭਗਵੰਤ ਮਾਨ ਨੂੰ ਮੈਂ ਦੇਖਿਆ ਫੋਟੋਆਂ ਦੇ ਵਿੱਚ ਕਿਸ ਤਰੀਕੇ ਨਾਲ ਉਹਦੇ ਪੈਰਾਂ 'ਚ ਰੁਲਦਾ, ਕਿਸ ਤਰੀਕੇ ਨਾਲ ਉੱਥੇ ਲਮਕਦਾ ਉਹ ਗੱਡੀਆਂ ਦੇ ਉੱਤੇ। ਮਤਲਬ ਇਹ ਤੂੰ ਪੰਜਾਬ ਨੂੰ ਰਿਪਰੈਜ਼ੈਂਟ ਕਰ ਰਿਹਾ। ਜਿਨ੍ਹਾਂ ਸਿੱਖਾਂ ਨੇ ਮਾਨਵਤਾ, ਗੁਰੂਆਂ ਨੇ ਮਾਨਵਤਾ ਨੂੰ ਅਣਖ ਨਾਲ ਜਿਉਣਾ ਸਿਖਾਇਆ ਸੀ, ਤੂੰ ਅੱਜ ਉਹ ਅਣਖ ਰੋਲ ਰਿਹਾ। ਯੂ ਆਰ ਐਂਟੀ ਸਿੱਖ। ਇਹ ਸਾਰਾ ਕੇਜਰੀਵਾਲ ਦਾ ਇੱਕ ਏਜੰਡਾ ਹੈ, ਕਲਟ ਹੈ ਕੇਜਰੀਵਾਲ। ਉਹ ਕਲਟ ਦੇ ਵਿੱਚ ਕੋਈ ਬੰਦਾ ਦੂਸਰਾ ਐਗਜ਼ਿਸਟ ਨਹੀਂ ਕਰ ਸਕਦਾ। ਮੈਂ ਬਾਰ-ਬਾਰ ਸਿੱਖਾਂ ਨੂੰ ਸੁਚੇਤ ਕਰ ਰਿਹਾ। ਹੁਣ ਮੈਨੂੰ ਇੱਕ ਪ੍ਰੋਬਲਮ ਆਉਂਦੀ ਆ, ਉਹ ਕਹਿੰਦੇ ਜੀ ਤੁਸੀਂ ਅੰਗਰੇਜ਼ੀ ਦੇ ਲਫ਼ਜ਼ ਬੋਲ ਲੈਂਦੇ ਹੋ। ਹੁਣ ਮੈਂ ਪੁੱਛਦਾ ਸਿੱਖਾਂ ਨੂੰ ਕਲਟ ਦਾ ਦੱਸੋ ਪੰਜਾਬੀ 'ਚ ਕੋਈ ਸਬਸਟੀਚਿਊਟ ਹੈ? ਮੈਂ ਡਿਕਸ਼ਨਰੀਆਂ ਦੇਖ ਲਈਆਂ, ਪੰਜਾਬੀ ਯੂਨੀਵਰਸਿਟੀ ਦੀ ਜਿਹੜੀ ਪੰਜਾਬੀ ਇੰਗਲਿਸ਼ ਪੰਜਾਬੀ ਦੀ ਡਿਕਸ਼ਨਰੀ ਉਹ ਕੰਸਲਟ ਕਰ ਲਈ। ਕਲਟ ਇੱਕ ਇਸ ਕਿਸਮ ਦੀ ਚੀਜ਼ ਹੁੰਦੀ ਆ, ਜਿਸ ਤਰ੍ਹਾਂ ਆ ਰਾਮ ਰਹੀਮ ਦਾ ਕਲਟ ਆ। ਉਸਨੇ ਰੇਪ ਵੀ ਕਰ ਲਿਆ, ਉਸਨੇ ਮਰਡਰ ਵੀ ਕਰ ਲਏ, ਉਸਨੇ ਹੋਰ ਵੀ ਬਹੁਤ ਗੁਨਾਹ ਕਰ ਲਏ, ਪਰ ਲੋਕ ਉਸ ਤੋਂ ਛੱਡਦੇ ਤਾਂ ਨਹੀਂ। ਸਮਝੇ ਕਿ ਨਹੀਂ? ਓਸ਼ੋ ਆ, ਉਹ ਕਲਟ ਸੀ। ਇਟ ਵਾਜ਼ ਨਾਟ ਏ ਰਿਲੀਜਨ, ਇਟ ਵਾਜ਼ ਏ ਕਲਟ। ਇਸੇ ਤਰੀਕੇ ਨਾਲ ਬਾਪੂ ਆਸਾਰਾਮ ਇਜ਼ ਏ ਕਲਟ, ਆ ਕੇਜਰੀਵਾਲ ਇਜ਼ ਏ ਕਲਟ। ਐਂਡ ਜਿਹੜਾ ਆਪਣਾ ਪ੍ਰਕਾਸ਼ ਸਿੰਘ ਬਾਦਲ ਆ, ਉਹ ਕਲਟ ਬਣਾਉਣਾ ਚਾਹੁੰਦਾ ਸੀ, ਪਰ ਉਹਦੇ 'ਚ ਉਸ ਕਿਸਮ ਦਾ ਪੋਟੈਂਸ਼ੀਅਲ ਨਹੀਂ ਸੀ, ਉਸ ਕਿਸਮ ਦੀ ਐਜੂਕੇਸ਼ਨ ਨਹੀਂ ਸੀ। ਮੈਂ ਤੁਹਾਨੂੰ ਇੱਕ ਗੱਲ ਦੱਸਣ ਲੱਗਿਆ, ਇਹ ਇੰਡੀਆ 'ਚ ਨਹੀਂ, ਬਾਹਰ ਦੁਨੀਆ 'ਚ ਬਹੁਤ ਕਲਟ ਹੈ। ਜਾਪਾਨ 'ਚ ਬਹੁਤ ਕਲਟ ਹੈ, ਅਮਰੀਕਾ ਵਿੱਚ ਆ। ਇੱਕ ਗੇਟਵੇ ਟੂ ਹੈਵਨ ਕਲਟ ਸੀਗਾ। ਮੈਂ ਤੁਹਾਨੂੰ ਥੋੜ੍ਹੀ ਜਿਹੀ ਗੱਲ ਉਹਦੀ ਦੱਸਣਾ ਚਾਹੁੰਦਾ ਤਾਂ ਕਿ ਤੁਹਾਡੇ ਸਰੋਤੇ ਸਮਝ ਲੈਣ, ਕਿਉਂਕਿ ਉਹ ਕਹਿੰਦੇ ਨਾ ਅੰਗਰੇਜ਼ੀ ਦਾ ਲਫ਼ਜ਼ ਆ ਕਲਟ। ਉਸਨੇ ਕੀ ਕੀਤਾ, ਜਿਹੜਾ ਉਹਨਾਂ ਦਾ ਲੀਡਰ ਸੀ, ਗੇਟਵੇ ਟੂ ਹੈਵਨ, ਵੀ ਜਿਹੜਾ ਸਵਰਗ ਆ ਉਸ ਦਾ ਰਸਤਾ, ਤਾਂ ਉਹ ਉਹਨਾਂ ਨੂੰ ਕਹਿੰਦਾ ਵੀ ਤੁਸੀਂ ਖੁਦਕੁਸ਼ੀ ਕਰ ਲਓ ਤੇ ਸਿੱਧੇ ਹੈਵਨ 'ਚ ਪਹੁੰਚ ਜਾਓ। ਖੁਦਕੁਸ਼ੀ ਕਰਨ ਲੱਗ ਗਏ 80 ਬੰਦਿਆਂ ਨੇ, ਵਨ ਆਫਟਰ ਦੀ ਅਦਰ। ਗੋਰਿਆਂ ਨੇ, ਪੜ੍ਹੇ ਲਿਖਿਆਂ ਨੇ, ਅਮੀਰਾਂ ਨੇ ਖੁਦਕੁਸ਼ੀ ਕਰ ਲਈ। ਤਾਂ ਜਦੋਂ ਸਰਕਾਰ ਨੂੰ ਪਤਾ ਲੱਗਿਆ, ਉਹ ਕਹੇ ਉਹਨਾਂ ਨੇ ਇੱਕਦਮ ਉਹਦੇ ਗੋਲੀ ਮਾਰ ਕੇ ਉਹਨੂੰ ਖਤਮ ਕੀਤਾ, ਜਿਹੜਾ ਉਹ ਕਲਟ ਲੀਡਰ ਸੀ। ਉਹ ਤਾਂ ਮੈਨੂੰ ਨਾਂ ਵੀ ਹੁਣ ਭੁੱਲ ਗਿਆ। ਇਹੋ ਜਿਹੇ ਬਹੁਤ ਕਲਟ ਅਮਰੀਕਾ ਵਿੱਚ ਵੀ ਹੈਗੇ, ਮਤਲਬ ਐਡਵਾਂਸ ਕੰਟਰੀ ਆ ਜਿਹੜੇ। ਜਾਪਾਨ ਕਿੰਨਾ ਐਡਵਾਂਸਡ ਆ, ਉੱਥੇ ਬਹੁਤ ਕਲਟ ਆ ਇਸ ਕਿਸਮ ਦੇ। ਤੋ ਇੰਡੀਆ ਵਿੱਚ ਵੀ ਆ ਪੰਜਾਬ ਦੇ ਵਿੱਚ ਆ ਕਲਟ ਹੀ ਹੈ ਨਾ, ਜਿਹੜਾ ਇਹਦਾ ਰਾਮ ਰਹੀਮ ਦਾ ਹੈਗਾ, ਬਾਪੂ ਆਸਾਰਾਮ ਦਾ। ਕਿੰਨੇ ਰੇਪ ਕੀਤੇ ਬਾਪੂ ਆਸਾਰਾਮ ਨੇ, ਕਿੰਨੀਆਂ ਮਤਲਬ ਗੁਨਾਹ ਕੀਤੇ ਆ। ਉਹ ਜੇਲ੍ਹ 'ਚ ਆ ਫॉर ਲਾਈਫ ਟਾਈਮ, ਪਰ ਬਾਵਜੂਦ ਇਸ ਗੱਲ ਦੇ ਉਹਦੇ ਫਾਲੋਅਰਸ ਹਲੇ ਵੀ ਉਹਦੇ ਨਾਲ। ਸਰ ਤੁਸੀਂ ਜਿਵੇਂ ਜ਼ਿਕਰ ਕਰ ਰਹੇ ਸੀ ਰਾਮ ਰਹੀਮ ਦਾ, ਮੈਂ ਉਹਦਾ ਵੀ ਸਵਾਲ ਪੁੱਛਦਾ ਚਲਾਂ। ਬੜੀ ਹੈਰਾਨੀ ਹੁੰਦੀ ਕਿ ਲੰਮੇ ਸਮੇਂ ਤੋਂ ਬੰਦੀ ਸਿੰਘਾਂ ਦੀ ਰਿਹਾਈ ਦਾ ਜ਼ਿਕਰ ਚੱਲ ਰਿਹਾ। ਸੰਗਰੂਰ ਚੋਣ ਦੇ ਵਿੱਚ ਇਸ ਨੂੰ ਮਸਲਾ ਬਣਾਉਣ ਦੀ ਵੀ ਕੋਸ਼ਿਸ਼ ਕੀਤੀ ਗਈ ਹੈ ਅਕਾਲੀ ਦਲ ਦੇ ਵੱਲੋਂ, ਜਿਨ੍ਹਾਂ ਨੂੰ ਅਕਸਰ ਅਸੀਂ ਕਹਿੰਦੇ, ਤੁਸੀਂ ਵੀ ਕਹਿੰਦੇ ਹੁੰਦੇ ਆ ਕਿ ਜਦੋਂ ਚੋਣਾਂ ਤੋਂ ਬਾਹਰ ਹੁੰਦੇ, ਉਦੋਂ ਇਹਨਾਂ ਨੂੰ, ਸੱਤਾ ਤੋਂ ਬਾਹਰ ਹੁੰਦੇ, ਉਦੋਂ ਇਹਨਾਂ ਨੂੰ ਧਾਰਮਿਕ ਮਸਲੇ ਯਾਦ ਆਉਂਦੇ ਨੇ। ਤਾਂ ਜਿਹੜਾ ਰਾਮ ਰਹੀਮ ਹੈ, ਉਸ ਨੂੰ ਪੈਰੋਲ ਮਿਲ ਜਾਂਦੀ ਹੈ। ਬਾਕੀ ਸਿੰਘਾਂ ਦੀ ਗੱਲ ਜਦੋਂ ਅਸੀਂ ਕਰੀਏ ਤਾਂ ਉਦੋਂ ਹਾੜੇ ਕਢਵਾਏ ਜਾਂਦੇ ਨੇ, ਪੈਰੋਲ ਮਿਲਦੀ ਨਹੀਂ ਹੈਗੀ ਉਸ ਤਰੀਕੇ ਨਾਲ। ਲੱਗਦਾ ਕਿ ਇਹ ਵੀ ਆਪਣੇ ਆਪ ਦੇ ਵਿੱਚ ਬੜੇ ਵੱਡੇ ਸਵਾਲ। ਸਟੇਟ ਦੀ ਪਾਲਿਸੀ ਆ ਸਿੱਖਾਂ ਨੂੰ ਡੀਮੋਰਲਾਈਜ਼ ਕਰਨਾ, ਸਿੱਖਾਂ ਨੂੰ ਮਤਲਬ ਜਿਹੜੀਆਂ ਬਣਦੀਆਂ ਸਜ਼ਾਵਾਂ ਉਸ ਤੋਂ ਵੀ ਵੱਧ ਉਹਨਾਂ ਨੂੰ ਅੰਦਰ ਰੱਖਣਾ, ਤਾਂ ਕਿ ਉਹ ਆਉਣ ਵਾਲੇ ਟਾਈਮ ਦੇ ਵਿੱਚ ਕੋਈ ਸਿੱਖ ਸਿਰ ਹੀ ਨਾ ਚੱਕ ਸਕੇ। ਇਹ ਇੱਕ ਪਾਲਿਸੀ ਆ ਸਟੇਟ ਦੀ, ਇੰਡੀਅਨ ਸਟੇਟ ਦੀ, ਜਿਹਦੇ ਸਾਰੇ ਪੁਰਜਾ। ਅੱਜ ਭਗਵੰਤ ਮਾਨ ਉਸੇ ਦਾ ਪੁਰਜਾ ਨਾ। ਕਦੇ ਇੱਕ ਵਾਰੀ ਵੀ ਨਹੀਂ ਉਹਨੇ ਗੱਲ ਕਹੀ ਵੀ ਵਿਚਾਰੇ ਭੁੱਲਰ ਨੂੰ ਕਿਸ ਕਰਕੇ ਤੁਸੀਂ ਅੰਦਰ ਛੱਡੀ ਬੈਠੇ ਹੋ। ਆ ਤਾਰਾ, ਹੋਰ ਹਵਾਰਾ, ਸਾਰੇ ਵਿਚਾਰੇ ਕਿਉਂ ਆਪਣੀਆਂ ਜ਼ਿੰਦਗੀਆਂ ਗਾਲ ਰਹੇ ਆ, ਜਦੋਂ ਤੁਸੀਂ ਐਡੇ ਵੱਡੇ ਗੁਨਾਹਗਾਰਾਂ ਨੂੰ ਤੁਸੀਂ ਬਾਹਰ ਕੱਢ ਰਹੇ ਹੋ। ਸਮਝੇ ਕਿ ਨਹੀਂ? ਇਹੀ ਇਕੱਲੇ ਇਹਦੀ ਗੱਲ ਨਹੀਂ ਹੈ। ਉਹ ਜਿਹਨੇ ਸਮਝੌਤਾ ਐਕਸਪ੍ਰੈਸ ਤੇ 65 ਬੰਦੇ ਮਾਰੇ ਸੀ, ਉਹ ਬਾਹਰ ਫਿਰਦਾ ਆਜ਼ਾਦ। ਕੀ ਮੈਨੂੰ ਨਾਂ ਭੁੱਲ ਗਿਆ ਉਹਦਾ। ਇਸੇ ਤਰੀਕੇ ਨਾਲ ਉਹ ਜਿਹੜੀ MP ਬਣਾਤੀ, ਕੀ ਉਹਦਾ ਨਾਂ, ਮੱਧ ਪ੍ਰਦੇਸ਼ ਤੋਂ, ਉਹ ਕੀ ਆ ਉਹਦਾ ਨਾਂ, ਉਹਨੇ ਕਿੰਨੇ ਬੰਦੇ ਮਰਵਾਏ ਆ। ਸਮਝੇ ਕਿ ਨਹੀਂ? ਉਹ ਜਿਹੜਾ IPS ਆਫਿਸਰ ਮਰਵਾਇਆ ਉਸ ਔਰਤ ਨੇ। ਤੋ ਮੇਰਾ ਮਤਲਬ ਕਹਿਣ ਦਾ ਇਹ ਆ, ਜਿਹੜੇ ਉਹਨਾਂ ਦੇ ਆਪਣੇ ਬੰਦੇ ਆ, ਉਹ ਤਾਂ ਸਮਝਦੇ ਆ ਵੀ ਇਹ ਦੇ ਆਰ ਵਾਰੀਅਰਸ, ਉਹ ਇਹ ਚੰਗਾ ਸੇਕਰਡ ਕੰਮ ਕੀਤਾ। ਜੇ ਦੂਸਰਿਆਂ ਨੇ ਕੋਈ ਮਾੜੀ ਮੋਟੀ ਵੀ ਗੱਲ ਕਰ ਦਿੱਤੀ, ਉਹਨਾਂ ਨੂੰ ਜਿੰਨੀਆਂ ਸਜ਼ਾਵਾਂ ਤੁਹਾਡੇ ਕੋਰਟਾਂ ਨੇ, ਤੁਹਾਡੀਆਂ ਅਦਾਲਤਾਂ ਨੇ ਦਿੱਤੀਆਂ, ਉਹ ਵਿਚਾਰੇ ਭੁਗਤ ਚੁੱਕੇ ਆ, ਅੰਦਰ ਜੇਲ੍ਹਾਂ 'ਚ ਸੜ ਰਹੇ ਆ। ਕਿਸ ਕਿਸਮ ਦੀ ਇਹ ਸਟੇਟ, ਕਿਸ ਕਿਸਮ ਦਾ ਇਨਸਾਫ ਆ? ਕਿਹਦੇ ਨਾਲ ਤੁਸੀਂ ਬੇਇਨਸਾਫੀ ਕਰ ਰਹੇ ਹੋ? ਇੱਕ ਛੋਟੀ ਜਿਹੀ ਘੱਟ ਗਿਣਤੀ ਦੇ ਨਾਲ। ਔਰ ਇਸ ਦਾ ਖਮਿਆਜ਼ਾ ਤੁਹਾਨੂੰ ਭੁਗਤਣਾ ਪਏਗਾ, ਇੰਡੀਅਨ ਸਟੇਟ ਨੂੰ ਭੁਗਤਣਾ ਪਏਗਾ। ਮੈਂ ਤੁਹਾਡੇ ਰਾਹੀਂ ਇਹ ਕਹਿਣਾ ਚਾਹੁੰਦਾ, ਕਿਉਂਕਿ ਰੱਬ ਦਾ ਜਿਹੜਾ ਇਨਸਾਫ ਆ, ਦੈਟ ਇਜ਼ ਹਾਇਰ ਦੈਨ ਐਨੀ ਅਦਰ ਜਸਟਿਸ ਸਿਸਟਮ ਵਿਚ ਇਜ਼ ਪ੍ਰੀਵੇਲਿੰਗ ਐਨੀਵੇਅਰ ਵਰਲਡ। ਆਪਣੇ ਇੱਥੇ ਦੁਨੀਆ ਤੇ ਜਿਹੜਾ ਵੀ ਇਸ ਵੇਲੇ ਸਿਸਟਮ ਹੈਗਾ, ਉਸ ਤੋਂ ਕਿਤੇ ਉੱਪਰ ਹੈਗਾ। ਜੇ ਇੱਥੇ ਇਹਨਾਂ ਅਦਾਲਤਾਂ ਦੇ ਵਿੱਚ ਕੋਈ ਨਤੀਜਾ ਨਹੀਂ ਮਿਲਦਾ, ਤਾਂ
ਉਹਨਾਂ ਦੀ ਕਚਹਿਰੀ ਅਲੱਗ ਹੈਗੀ, ਉੱਥੇ ਇਨਸਾਫ ਜ਼ਰੂਰ ਹੋਣਗੇ। ਅਖੀਰ ਤੇ ਸਰ ਜਿਸ ਤਰੀਕੇ ਨਾਲ ਇੱਕ ਮਾਮਲਾ ਆਇਆ, ਕੁਝ ਧਰਵਾਸ ਮਿਲਿਆ ਲੋਕਾਂ ਨੂੰ, ਚਲੋ ਕੁਝ ਤਾਂ ਕਾਰਵਾਈ ਹੋਈ, ਬਾਕੀ ਕੇਸਿਸ ਦੇ ਵਿੱਚ ਵੀ ਹੁਣ ਆਸ ਬੱਝੀ ਹੈਗੀ, ਤਾਂ ਲੱਗਦਾ ਕਿ ਨਜ਼ਦੀਕੀ ਭਵਿੱਖ ਦੇ ਵਿੱਚ ਕੁਝ ਹੋਰ ਵਧੀਆ ਫੈਸਲੇ ਆ ਸਕਦੇ ਨੇ, ਜਾਂ ਫਿਰ ਇਹ ਮਾਮਲਾ ਵੀ ਸਿਆਸੀਕਰਨ ਹੋ ਕੇ ਹਲੇ ਹੋਰ ਲਟਕੇਗਾ? ਦੇਖੋ, ਆਉਣ ਵਾਲੇ ਜਿਹੜਾ ਟਾਈਮ ਹੈ, ਤੁਸੀਂ ਕਿਸ ਦੇ ਪੱਲੇ ਪਏ ਹੋ, ਮਾਫ ਕਰਨਾ, ਤੁਸੀਂ ਕਿੰਨੇ ਵਧੀਆ ਜਰਨਲਿਸਟ ਹੋ, ਤੁਸੀਂ ਕੇਜਰੀਵਾਲ ਦੇ ਪੱਲੇ ਪਏ ਹੋ। ਹੂ ਇਜ਼ ਨਾਟ ਯੂਰ ਫਰੈਂਡ, ਹੂ ਇਜ਼ ਨਾਟ ਯੂਰ ਬੈਨੀਫਿਸ਼ਰ, ਉਹ ਤੁਹਾਡਾ ਐਨੀਮੀ ਆ ਇਨ ਦੀ ਗਾਰਬ ਆਫ ਏ ਜੈਂਟਲਮੈਨ। ਸੋ ਇਸ ਕਰਕੇ ਉਹ ਕਿੱਥੇ ਆ ਰਿਹਾ। ਮੈਂ ਤਾਂ ਇਲੈਕਸ਼ਨ ਤੋਂ ਪਹਿਲਾਂ ਇੱਕ ਬਹੁਤ ਵੱਡੀ ਸਟੇਟਮੈਂਟ ਦਿੱਤੀ ਸੀ ਵੀ ਉਹ ਪੰਜਾਬ ਦੇ ਵਿੱਚ ਸਿੱਖਾਂ ਦੀ ਤੇ ਸਿੱਖੀ ਦੀ ਜੜ ਪੱਟਣ ਆ ਰਿਹਾ। ਤੋ ਹੀ ਇਜ਼ ਵਰਕਿੰਗ ਔਨ ਏ ਪਰਟੀਕੂਲਰ ਏਜੰਡਾ। ਤੋ ਇਹ ਜਿਹੜਾ ਆਦਮੀ ਆ, ਇਹ ਤਾਂ ਉਹਦਾ ਮਤਲਬ ਇੱਕ ਤਰ੍ਹਾਂ ਦਾ ਮਤਲਬ ਸਬਸਰਵੀਐਂਟ ਆ। ਉਸ ਜੋ ਉਹ ਚਾਹੁੰਦਾ ਇਹ ਉਹੀ ਗੱਲ ਕਰਦਾ। ਇਹਦੇ ਤਾਂ ਆਪਣੇ ਹੱਥ ਵਿੱਚ ਕੁਝ ਵੀ ਨਹੀਂ ਹੈਗੀ, ਸਮਝੇ ਕਿ ਨਹੀਂ। ਇਹ ਤਾਂ ਜਿਸ ਤਰ੍ਹਾਂ ਕੁੱਟਪੁਤਲੀਆਂ ਹੁੰਦੀਆਂ ਨਾ, ਪਿੱਛੋਂ ਸਟ੍ਰਿੰਗਸ ਖਿੱਚਦੇ ਆ ਉਹਨਾਂ ਦੀ, ਉਹ ਨਜ਼ਰ ਨਹੀਂ ਆਉਂਦੇ ਸਟ੍ਰਿੰਗਸ ਖਿੱਚਣ ਵਾਲੇ, ਪਰ ਜਿਹੜੀ ਕੁੱਟਪੁਤਲੀ ਆ ਉਹ ਨੱਚਦੀ ਤਾਂ ਉਹਦੀ ਸਟ੍ਰਿੰਗਸ ਤੇ ਹੀ ਹੈ ਨਾ। ਤੋ ਇਹ ਤਾਂ ਵਿਚਾਰਾ ਉਸ ਕਿਸਮ ਦਾ ਆਦਮੀ ਆ। ਤੋ ਇਹਦੀ ਆਪਣੀ ਕੋਈ ਔਕਾਤ ਨਹੀਂ। ਹੁਣ ਤੁਸੀਂ ਦੇਖੋ, ਸਿੱਖਾਂ ਦੀ ਰਹਿਤ ਮਰਿਆਦਾ ਤੁਹਾਨੂੰ ਸ਼ਾਇਦ ਪਤਾ ਹੋਵੇ ਇਸ ਗੱਲ ਦਾ, ਸਿੰਘ ਸਭਾ ਦਫਾੜ ਹੋ ਗਈ ਸੀ ਇੱਕ ਗੱਲ ਦੇ ਉੱਤੇ, ਪਤਾ ਕਿ ਬਾਬਾ ਖੇਮ ਸਿੰਘ ਬੇਦੀ ਜਿਹੜੇ ਗੁਰੂ ਨਾਨਕ ਦੇਵ ਮਹਾਰਾਜ ਦੀ 13ਵੀਂ ਕੁਲ ਦੇ ਵਿੱਚੋਂ ਸੀਗੇ, ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਦੇ ਵਿੱਚ ਗੱਦੇ ਦੇ ਉੱਤੇ ਬੈਠਦੇ ਸੀ, ਗੱਦੇ ਦੇ ਉੱਤੇ ਗੱਦਾ ਵਿਛਾ ਕੇ। ਮੈਂ ਫੋਟੋ ਦੇਖੀ ਆ, ਕੇਜਰੀਵਾਲ ਤੇ ਉਹਦਾ ਸਾਰਾ ਪਰਿਵਾਰ ਤੇ ਉਹਦੇ ਆਲੇ ਦੁਆਲੇ ਰਾਘਵ ਚੱਡਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਪ੍ਰੈਜ਼ੈਂਸ ਦੇ ਵਿੱਚ ਗੱਦੇ ਦੇ ਉੱਤੇ ਬੈਠੇ। ਮੈਂ ਸਮਝਦਾ ਸਾਡੀ ਰਹਿਤ ਮਰਿਆਦਾ ਦਾ ਕਿਸ ਤਰੀਕੇ ਦੇ ਨਾਲ ਮਤਲਬ ਇਹ ਗੁਨਾਹ ਕੀਤਾ ਭਗਵੰਤ ਮਾਨ ਨੇ। ਇਹ ਗੱਲ ਦਾ ਨੋਟਿਸ ਸ਼੍ਰੋਮਣੀ ਗੁਰਦੁਆਰਾ ਕਮੇਟੀ ਨੂੰ ਵੀ ਲੈਣਾ ਚਾਹੀਦਾ, ਔਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਇਹਦਾ ਲੈਣਾ ਚਾਹੀਦਾ। ਕਿਉਂਕਿ ਕੋਈ ਬੰਦਾ, ਈਵਨ ਰਾਜਿਆਂ ਦੇ ਰਾਜੇ ਮਹਾਰਾਜਾ ਰਣਜੀਤ ਸਿੰਘ ਦੀ ਇਹ ਔਕਾਤ ਨਹੀਂ ਸੀ ਵੀ ਉਹ ਗੱਦਾ ਬਿਠਾ ਕੇ ਗੁਰੂ ਗ੍ਰੰਥ ਸਾਹਿਬ ਦੀ ਪ੍ਰੈਜ਼ੈਂਸ ਦੇ ਵਿੱਚ ਬੈਠ ਜਾਂਦਾ। ਉਸ ਨੇ ਕਰਤਾਰਪੁਰੀ ਬੀੜ ਆਪਣੇ ਕਮਰੇ 'ਚ ਰੱਖੀ ਵੀ ਸੀ, ਜਿੱਥੇ ਕਈ ਵਾਰੀ ਫਰਸ਼ ਜਿਹੜਾ ਸੀ ਆਪਣੀ ਦਾੜੀ ਨਾਲ ਸਾਫ਼ ਕਰਦਾ ਸੀ। ਔਰ ਸਭ ਤੋਂ ਉੱਚੀ ਬਿਲਡਿੰਗ ਬਣਾਈ ਸੀ ਲਾਹੌਰ ਦੇ ਵਿੱਚ, ਜਿੱਥੇ ਉਹਨਾਂ ਨੇ ਉਹ ਬੀੜ ਰੱਖੀ ਹੋਈ ਸੀ, ਜਿੱਥੇ ਉਹ ਵਾਕ ਸੁਣਦੇ ਹੁੰਦੇ ਸੀ ਮਹਾਰਾਜਾ ਆਪ ਜਾ ਕੇ। ਅੱਜ ਕੀ ਹੋ ਰਿਹਾ ਸਾਡੇ ਨਾਲ? ਅਸੀਂ ਕਿੱਡੇ ਵੱਡੇ ਸਲਤਨਤ ਦੇ ਮਾਲਕ, ਹੀਰਿਆਂ ਮੋਤੀਆਂ ਨਾਲ ਖੇਲਦੇ ਹੋ, ਅੱਜ ਸਾਡੇ ਗੁਰੂ ਦੇ ਨਾਲ ਕਿਸ ਕਿਸਮ ਦੀ ਤੋਹੀਨ ਹੋ ਰਹੀ। ਕੌਣ ਹੈ? ਕੀ ਔਕਾਤ ਹੈ ਇਸ ਬੰਦੇ ਦੀ? ਭਗਵੰਤ ਮਾਨ ਦੀ ਜਾਂ ਕੇਜਰੀਵਾਲ, ਕੀ ਔਕਾਤ ਹੈ ਇਸ ਦੀ? ਅੱਜ ਕਿਸ ਤਰੀਕੇ ਨਾਲ ਪਾਗਲ ਹੋ ਕੇ ਲੋਕ ਇਹਨਾਂ ਦੇ ਮਗਰ ਲੱਗੇ ਹੋਏ। ਇਹ ਤੁਹਾਨੂੰ ਕੀ ਦੇ ਸਕਦੇ ਆ? ਉਹ ਰੱਬ ਤੋਂ ਮੰਗੋ ਜਿਹੜਾ ਦੇ ਕੇ ਭੁੱਲ ਜਾਵੇ। ਤੋ ਇਸ ਕਰਕੇ ਜ਼ਰੂਰਤ ਹੈ ਕਿ ਅਸੀਂ ਆਪਣੀ ਕੌਮ ਨੂੰ ਸਿੱਖੀ ਪਰੰਪਰਾਵਾਂ ਦੇ ਨਾਲ, ਸਿੱਖੀ ਸਿਧਾਂਤਾਂ ਦੇ ਨਾਲ, ਗੁਰੂਆਂ ਦੇ ਨਾਲ ਜੋੜੀਏ, ਤਾਂ ਹੀ ਸਾਡਾ ਕਲਿਆਣ ਹੋ ਸਕਦਾ। ਸਰ ਗੁਰਦਰਸ਼ਨ ਸਿੰਘ ਢਿੱਲੋਂ ਗੱਲਬਾਤ ਕਰਕੇ ਸਮਝਣ ਦੀ ਕੋਸ਼ਿਸ਼ ਕੀਤੀ ਹੈ ਕਿ ਇਸ ਵੇਲੇ ਚੱਲ ਕੀ ਰਿਹਾ। ਬੜੇ ਬਾਕੀ ਦੇ ਨਾਲ ਤੁਹਾਨੂੰ ਸਮਝਾਇਆ ਉਹਨਾਂ ਨੇ ਕਿ ਕਿਸ ਤਰੀਕੇ ਨਾਲ ਵੱਖ-ਵੱਖ ਸਿਆਸੀ ਧਿਰਾਂ ਜਿਹੜੀਆਂ ਇਸ ਵੇਲੇ ਲਗਾਤਾਰ ਦਾਅਵੇ ਕਰ ਰਹੀਆਂ ਨੇ ਕਿ ਇਨਸਾਫ ਸਾਡੀ ਵਜ੍ਹਾ ਨਾਲ ਮਿਲ ਰਿਹਾ ਹੈ, ਤਾਂ ਉਹ ਸਾਫ਼ ਤੌਰ ਤੇ ਦੱਸਿਆ ਉਹਨਾਂ ਨੇ ਕਿ ਇਸ ਤਰੀਕੇ ਨਾਲ ਕਿ ਇਹ ਸਾਰੀਆਂ ਜਿਹੜੀਆਂ ਸਿਆਸੀ ਧਿਰਾਂ ਨੇ ਇਸ ਵੇਲੇ ਸਿਰਫ ਤੇ ਸਿਰਫ ਸਿਆਸਤ ਕਰ ਰਹੀਆਂ ਨੇ। ਅਸਲ ਦੇ ਵਿੱਚ ਜਿਹੜੀ ਜੇ ਇਨਸਾਫ ਮਿਲਣਾ ਤਾਂ ਉਹ ਗੁਰੂ ਸਾਹਿਬਾਨਾਂ ਨੇ ਆਪ ਦਿਵਾਉਣਾ ਹੈਗਾ। ਨਾਲ ਦੇ ਨਾਲ ਇਹ ਵੀ ਕਹਿੰਦੇ ਨੇ ਕਿ ਅਦਾਲਤਾਂ ਦੇ ਵਿੱਚ ਵੀ ਜਿਸ ਤਰੀਕੇ ਨਾਲ ਕੇਸ ਚੱਲ ਰਹੇ ਨੇ, ਉਹਨਾਂ ਦੇ ਵਿੱਚ ਵੀ ਨਤੀਜੇ ਆਉਣ ਵਾਲੇ ਸਮੇਂ ਦੇ ਵਿੱਚ ਜਿਸ ਤਰੀਕੇ ਨਾਲ ਪਹਿਲਾਂ ਕੇਸ ਪ੍ਰੈਜ਼ੈਂਟ ਕੀਤੇ ਗਏ, ਉਹਨਾਂ ਦੇ ਨਤੀਜੇ ਆਉਣਗੇ। ਖਾਸ ਕਰਕੇ ਆਮ ਆਦਮੀ ਪਾਰਟੀ ਦਾ ਜ਼ਿਕਰ ਕੀਤਾ ਕਿ ਆਮ ਆਦਮੀ ਪਾਰਟੀ ਦੀ ਭੂਮਿਕਾ ਕੋਈ ਚੰਗੀ ਨਹੀਂ ਹੈਗੀ। ਜੋ ਉਹਨਾਂ ਦੇ ਹਾਲਾਤ ਨੇ ਉਹ ਵੀ ਇਹਨਾਂ ਨੇ ਬੜੇ ਬੇਬਾਕੀ ਦੇ ਨਾਲ ਆਪਣੇ ਵੱਲੋਂ ਦੱਸੇ ਨੇ। ਫਿਲਹਾਲ ਤੁਸੀਂ ਇਸ ਬਾਰੇ ਕੀ ਸੋਚਦੇ ਹੋ? ਆਪਣੇ ਕੀਮਤੀ ਸੁਝਾਅ ਸਾਡੇ ਨਾਲ ਜ਼ਰੂਰ ਸਾਂਝੇ ਕਰਿਓ। ਸਹਿਯੋਗੀ ਜਸਵਿੰਦਰ ਦੇ ਨਾਲ ਹਰਦੀਪ ਸਿੰਘ ਭੋਗਲ, ਟੀਵੀ ਪੰਜਾਬ, ਚੰਡੀਗੜ੍ਹ।